ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਨਹੁ ਗੁਰ ਪਤਨੀ ਜਬ ਦੇਖੀ ਪਰਿਓ ਪਾਏ ਤਰ ਭਾਉ ਵਸੇਖੀ। ਅਪਰ ਸਕਲ ਗੁਰ ਕੇਰਨ ਜੀ ਕੀ ਮਿਲਿਓ ਤਬਹਿ ਪੂਰੀ ਇਸ ਜੀ ਕੀ। ਤਿਨਹੁ ਗੁਰ ਪਤਨੀ ਜਬ ਦੇਖੀ ਪਰਿਓ ਪਾਏ ਤਰ ਭਾਉ ਵਸੇਖੀ। ਅਪਰ ਸਕਲ ਗੁਰ ਕੇਰਨ ਜੀ ਕੀ ਮਿਲਿਓ ਤਬਹਿ ਪੂਰੀ ਇਸ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਦੀਨਾ ਬੰਧੂ ਕਰੁਣਾ ਨਿਧਾਨ। ਚਵਰ ਛਤਰ ਤਖਤ ਦੇ ਮਾਲਕ ਖੰਡਾ ਬ੍ਰਹਮੰਡਾਂ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਪੂਰੀ ਕਾਇਨਾਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇ ਕੇ ਨਿਵਾਜਣ ਵਾਲੇ ਗੁਰਤਾ ਗੱਦੀ ਤੇ ਸੁਭਾਈਮਾਨ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਸਤਿਗੁਰਾਂ ਦੀ ਮੁਕੱਦਸ ਗੋਦ ਦੇ ਅੰਦਰ ਆਪਾਂ ਸਾਰੇ ਮਹਾਂਪੁਰਖਾਂ ਦੇ ਪਾਵਨ ਤਪ ਸਥਾਨਾਂ 'ਤੇ ਸੰਧਿਆ ਸਮੇਂ ਸਜ ਰਹੇ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਜਿਨ੍ਹਾਂ ਦੀਵਾਨਾਂ ਦੇ ਵਿੱਚ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਜਿਵੇਂ ਆਪਾਂ ਪ੍ਰਸੰਗ ਸਰਵਣ ਕੀਤਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਅਕਾਲ ਤਖਤ ਸਾਹਿਬ ਬਿਰਾਜਮਾਨ ਹੋਏ ਹੈ। ਇੱਥੇ ਸੰਗਤਾਂ ਨੂੰ ਕਰਤਾਰਥ ਕਰ ਰਹੇ ਨੇ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਧਰ ਕੀਰਤਪੁਰ ਸਾਹਿਬ ਆਗਮਨ ਹੋਏ।
ਬਾਬਾ ਗੁਰਦਿੱਤਾ ਜੀ ਨੇ ਚਿੱਠੀ ਲਿਖ ਕਰਕੇ ਅੰਮ੍ਰਿਤਸਰ ਸਾਹਿਬ ਭੇਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਸਾਡੀ ਗੱਦੀ ਦੇ ਵਾਰਸ ਹੈ 7ਵੇਂ ਥਾਂ ਤੇ। ਇਹਦਾ ਆਪਣੇ ਮੁਖੋਂ ਸ੍ਰੀ ਹਰਿ ਰਾਏ ਇਹ ਨਾਮ ਉਚਾਰਨ ਕੀਤਾ। ਬਹੁਤ ਖੁਸ਼ੀਆਂ ਹੋਈਆਂ ਗੁਰੂ ਘਰ ਦੇ ਵਿੱਚ, ਇੱਥੇ ਵੀ ਅਤੇ ਕੀਰਤਪੁਰ ਸਾਹਿਬ ਵੀ। ਉੱਧਰੋਂ ਬਾਬਾ ਸਾਈਂ ਦਾਸ ਜੀ ਜੋ ਡਰੌਲੀ ਪਿੰਡ ਤੋਂ ਨੇ, ਇਹਨਾਂ ਨੇ ਚਿੱਠੀ ਭੇਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਆਪ ਕਿਰਪਾ ਕਰੋ, ਇੱਥੇ ਸਾਡੇ ਨਗਰ ਵਿੱਚ ਆ ਕੇ ਸਾਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰੋ। ਆਪ ਜੀ ਨੇ ਪਹਿਲਾਂ ਕਿਹਾ ਸੀ ਕਿ ਕੁਝ ਸਮਾਂ ਇੱਥੇ ਆ ਕਰਕੇ ਰਹਾਂਗੇ, ਸੋ ਆਪ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਅਤੇ ਇੱਥੇ ਆਓ। ਅਤੇ ਮੇਰੀ ਬੇਨਤੀ ਹੈ ਕਿ ਮਹਾਰਾਜ ਐਤਕੀ ਜੋ ਵਿਸਾਖੀ ਦਾ ਜੋੜ ਮੇਲਾ ਆ ਰਿਹਾ ਹੈ, ਉਹ ਅੱਗੇ ਦੇ ਅੰਮ੍ਰਿਤਸਰ ਸਾਹਿਬ ਆਪ ਮਨਾਉਂਦੇ ਹੋ, ਐਤਕੀ ਕਿਰਪਾ ਕਰਕੇ ਇੱਥੇ ਡਰੌਲੀ ਪਿੰਡ ਵਿੱਚ ਹੀ ਆਪ ਮਨਾ ਲੈਣਾ। ਨਾਲੇ ਇੱਥੇ ਸਾਨੂੰ ਤੁਹਾਡੇ ਖੁੱਲ੍ਹੇ ਦਰਸ਼ਨ ਦੀਦਾਰ ਪ੍ਰਾਪਤ ਹੋਣਗੇ। ਮਹਾਰਾਜ ਜੀ ਨੇ ਚਿੱਠੀ ਪੜ੍ਹੀ ਹੈ। ਇੱਧਰ ਕਈ ਕਾਰਜ ਸੱਚੇ ਪਾਤਸ਼ਾਹ ਜੀ ਨੇ ਕਰਨੇ ਹੈ। ਸਤਿਗੁਰੂ ਜੀ ਜਾਣਦੇ ਹੈ ਕਿ ਜਿਹੜੀ ਸਾਡੀ ਤੀਜੀ ਜੰਗ ਲੱਗਣੀ ਹੁਣ ਮੁਗਲਾਂ ਦੇ ਨਾਲ, ਉਹ ਵੀ ਉੱਧਰ ਹੀ ਠੀਕ ਰਹੇਗੀ ਮਹਾਰਾਜ ਵਾਲੇ ਪਾਸੇ। ਅਤੇ ਇੱਥੇ ਕਈ ਗੁਰਸਿੱਖਾਂ ਦਾ, ਕਈ ਲੋਕਾਂ ਦਾ ਮਹਾਰਾਜ ਨੇ ਇਸ ਧਰਤੀ 'ਤੇ ਉਧਾਰ ਕਰਨਾ ਹੈ। ਇੱਧਰ ਵੀ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਇਸ ਤਰ੍ਹਾਂ ਸਲਾਹ ਬਣਾ ਕਰਕੇ ਮਹਾਰਾਜ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਕਿਹਾ। ਪਰਿਵਾਰ ਸਾਰਾ ਜਾਣ ਵਾਸਤੇ ਤਿਆਰ ਹੋਇਆ ਹੈ। ਸਾਰੇ ਪਰਿਵਾਰ ਨੇ ਤਿਆਰੀ ਕੀਤੀ। 3000 ਦੀ ਗਿਣਤੀ ਦੇ ਵਿੱਚ ਸੂਰਬੀਰ ਯੋਧੇ ਨੇ ਜੋ ਘੋੜਿਆਂ 'ਤੇ ਸਵਾਰ ਹੈ, ਉਹ ਵੀ ਸਾਰੇ ਤਿਆਰ ਹੋਏ ਹੈ। ਫਿਰ ਕੁਝ ਦਾਸ ਦਾਸੀਆਂ, ਸੇਵਕ ਹੈ, ਅਰਦਾਸੀਏ ਨੇ, ਬੇਅੰਤ ਇਸ ਤਰ੍ਹਾਂ ਸੰਗਤ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਉੱਥੋਂ ਚੱਲੇ ਹੈ। ਚੱਲਣ ਲੱਗਿਆਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਆਏ, ਅਰਦਾਸ ਬੇਨਤੀ ਕੀਤੀ, ਪ੍ਰਸ਼ਾਦ ਵਰਤਾਏ। ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਬੇਨਤੀ ਕੀਤੀ, ਪ੍ਰਸ਼ਾਦ ਵਰਤਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਸਵਾਰਾ ਵੀ ਮਹਾਰਾਜ ਜੀ ਨੇ ਨਾਲ ਲਿਆ ਹੈ। ਸਭ ਤੋਂ ਅੱਗੇ ਵੱਡੀ ਪਾਲਕੀ ਵਿੱਚ ਸੱਚੇ ਪਾਤਸ਼ਾਹ ਜੀ ਦੇ ਸਰੂਪ ਬਿਰਾਜਮਾਨ ਕੀਤੇ ਹੈ। ਆਪ ਨਗੇ ਚਰਣੀ, ਮਹਾਰਾਜ ਪਿੱਛੇ ਪਿੱਛੇ ਚੱਲਦੇ ਹੈ। ਇਸ ਪ੍ਰਕਾਰ ਜਦੋਂ ਪਿੰਡੋਂ ਬਾਹਰ ਆਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤਾਂ ਉਸ ਸਮੇਂ ਨਗਰ ਦੇ ਸਾਰੇ ਲੋਕ ਆ ਗਏ। ਮਹਾਰਾਜ ਸੱਚੇ ਪਾਤਸ਼ਾਹ, ਤੁਹਾਥੋਂ ਬਿਨਾਂ ਸਾਡਾ ਹੋਰ ਕੌਣ ਸਹਾਰਾ ਹੈ? ਆਪ ਅੱਗੇ ਇੱਥੇ ਆਉਂਦੇ ਹੋ, ਸਾਨੂੰ ਸਹਾਰਾ ਹੈ ਤੁਹਾਡਾ। ਅੱਗੇ ਬੜੇ ਬੜੇ ਸਮੇਂ ਬਾਅਦ ਆਪ ਆਉਂਦੇ, ਹੁਣ ਫਿਰ ਚੱਲੇ ਹੋ। ਇੱਦਾਂ ਕਰੋ, ਸਾਨੂੰ ਨਾਲ ਹੀ ਲੈ ਚੱਲੋ। ਮਹਾਰਾਜ ਜੀ ਨੇ ਵਿਚਾਰਿਆ ਕਿ ਸਾਡੇ ਵੱਡੇ ਪਿਤਾ ਸਤਿਗੁਰੂ ਜੀ, ਦਾਦਾ ਸਤਿਗੁਰੂ ਜੀ ਦਾ ਵਸਾਇਆ ਹੋਇਆ ਨਗਰ ਹੈ, ਅਤੇ ਬਚਨ ਹਨ ਕਿ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਕਰਕੇ ਨਗਰੀ ਤਾਂ ਵਸਦੀ ਰਹੇਗੀ। ਸਤਿਗੁਰੂ ਜੀ ਦੇ ਸਹੁਰੇ ਜਿਹੜੇ ਲੱਗਦੇ ਰਿਸ਼ਤੇਦਾਰੀ ਵਿੱਚ ਬਾਬਾ ਹਰੀ ਚੰਦ ਜੀ, ਮਾਤਾ ਨਾਨਕੀ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਾ ਜੀ, ਉਹ ਵੀ ਆ ਗਏ। ਉਹਨਾਂ ਵੀ ਬੇਨਤੀ ਕੀਤੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜਤਾ ਦਿੰਦੇ ਹੋਇਆਂ ਬਚਨ ਕੀਤੇ ਕਿ ਆਪ ਇੱਥੇ ਹੀ ਵਸੋ, ਇੱਥੇ ਹੀ ਰਹੋ। ਸ਼ਰਧਾ ਦੇ ਪ੍ਰੇਮ ਦੇ ਨਾਲ, ਜਿਹੜਾ ਵੀ ਭਾਵਨਾ ਦੇ ਨਾਲ ਇਹ ਹਰਿਮੰਦਰ ਸਾਹਿਬ ਦੀ ਸੇਵਾ ਕਰੇਗਾ, ਉਹਨੂੰ ਸਾਰਾ ਕੁਝ ਹੀ ਪ੍ਰਾਪਤ ਹੋਵੇਗਾ। ਅਤੇ ਜਿਹੜਾ ਕੋਈ ਇਸ ਨਗਰ ਦਾ ਬੁਰਾ ਤੱਕੇਗਾ, ਉਹਦਾ ਆਪੇ ਹੀ ਵਾਹਿਗੁਰੂ ਨਾਸ਼ ਕਰ ਦਿਆ ਕਰੇਗਾ। ਇੱਦਾਂ ਸਾਰਿਆਂ ਨੂੰ ਹੌਸਲਾ ਦੇ ਕਰਕੇ ਸੱਚੇ ਪਾਤਸ਼ਾਹ ਜੀ ਆਪ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਇੱਧਰ ਮਾਲਵੇ ਦੀ ਧਰਤੀ ਨੂੰ ਆ ਰਹੇ ਹੈ। ਆਉਂਦੇ ਆਉਂਦੇ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਕੁਝ ਥਾਂ 'ਤੇ ਇੱਕ ਇੱਕ ਰਾਤ ਦਾ ਡੇਰਾ ਕਰਦੇ ਹੈ। ਸੋ ਚਲਦਿਆਂ ਚਲਾਉਂਦਿਆਂ ਮਹਾਰਾਜ ਜੀ ਡਰੌਲੀ ਪਿੰਡ ਵਿੱਚ ਆ ਪਹੁੰਚੇ। ਸਾਈਂ ਦਾਸ ਜੀ ਨੂੰ ਪਤਾ ਚੱਲਿਆ। ਸਾਈਂ ਦਾਸ ਜੀ ਕੁਝ ਨਾਲ ਹੋਰ ਸਿੱਖਾਂ ਨੂੰ ਲੈ ਕੇ ਅਗਲਵਾਂਡੀ ਹੋਏ। ਆ ਕਰਕੇ ਅਤੇ ਸਭ ਤੋਂ ਪਹਿਲਾਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਅਸਵਾਰੇ ਜਾ ਰਹੇ ਨੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ। ਇੰਨਾ ਪ੍ਰੇਮ 'ਚ ਭਿੱਜੇ ਕਿ ਰਕਾਬ ਦੇ ਸਮੇਤ ਹੀ ਘੋੜੇ 'ਤੇ ਬੈਠੇ ਸੀ ਮਹਾਰਾਜ। ਸਤਿਗੁਰਾਂ ਦਾ ਚਰਨ ਆਪਣੇ ਸੀਸ 'ਤੇ ਰੱਖ ਲਿਆ, ਬੜਾ ਵਿਰਾਗ ਕੀਤਾ। ਫਿਰ ਸੰਗਤ ਜੀ ਸਾਰੇ ਪਰਿਵਾਰ ਨੂੰ ਮਿਲਦੇ। ਇੱਦਾਂ ਆਪਾਂ ਕੱਲ੍ਹ ਇਹ ਪ੍ਰਸੰਗ ਸੁਣ ਰਹੇ ਸਾਂ। ਅੱਗੇ ਹੁਣ ਇਹ ਸਾਖੀ ਚੱਲ ਰਹੀ ਹੈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆ ਕੇ ਡੇਰਾ ਕਰਦੇ ਹੈ, ਸਾਈਂ ਦਾਸ ਜੀ ਆਪਣਾ ਅਥਾਹ ਪ੍ਰੇਮ ਪ੍ਰਗਟ ਕਰਦੇ। ਫਿਰ ਇੱਥੇ ਨੇੜੇ ਹੀ ਸੰਗਤ ਜੀ ਇੱਕ ਭਾਈ ਆਕਲ ਜੀ ਹੈ, ਬੜੇ ਪਿਆਰੇ ਗੁਰਸਿੱਖ ਗੁਰੂ ਸਾਹਿਬਾਂ ਦੇ, ਉਹਨਾਂ ਦੀ ਸਪੁੱਤਰੀ ਦਾ ਵਿਆਹ ਹੈ। ਅਤੇ ਉਹ ਵਿਆਹ ਕਿਤੇ ਗੁਰੂ ਦੀ ਮੱਤ ਤੋਂ ਜਿਹੜੇ ਉਲਟ ਲੋਕ ਸੀ, ਆ ਲਾਲਾਂ ਵਾਲੇ ਨੂੰ ਮੰਨਣ ਵਾਲੇ,
ਇਹਨਾਂ ਦੇ ਵਿੱਚ ਕਿਤੇ ਹੋ ਜਾਂਦਾ। ਤੇ ਉਹਨਾਂ ਨੂੰ ਜਿਵੇਂ ਗੁਰੂ ਸਾਹਿਬ ਜੀ ਫਿਰ ਸਿੱਖੀ ਦੀ ਦਾਤ ਬਖਸ਼ਿਸ਼ ਕਰਦੇ, ਉਹ ਅੱਜ ਪ੍ਰਸੰਗ ਆ ਰਹੇ ਨੇ। ਆਓ ਮਨ ਵਿੱਚ ਸ਼ਰਧਾ ਭਾਵਨਾ ਧਾਰ ਕੇ ਗੁਰੂ ਸਾਹਿਬਾਂ ਦੀ ਇਹ ਕਥਾ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਨਹੁ ਗੁਰ ਪਤਨੀ ਜਬ ਦੇਖੀ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਈਂ ਦਾਸ ਜੀ ਨੇ ਦਰਸ਼ਨ ਕੀਤੇ ਨੇ। ਤੇ ਫਿਰ ਜਦੋਂ ਸ੍ਰੀ ਗੁਰੂ ਸਾਹਿਬ ਜੀ ਦੀਆਂ ਤਿੰਨੇ ਪਤਨੀਆਂ ਨੂੰ ਦੇਖਿਆ, ਹਰਿਓ ਪਾਏ ਤਰ ਭਾਉ ਵਿਸੇਖੀ। ਬਹੁਤਾ ਹੀ ਭਾਵ ਪ੍ਰੇਮ ਪੈਦਾ ਕਰਕੇ ਤੇ ਮਾਤਾਵਾਂ ਦੇ ਜਾ ਕੇ ਚਰਣੀ ਪਿਆ। ਅੰਬਰ ਸਕਲ ਗੁਰ ਕੀਰਜ ਨੀਕੀ। ਆ ਕੇਰ ਨਜੀਕੀ ਹੋਰ ਵੀ ਜਿਹੜੇ ਗੁਰੂ ਸਾਹਿਬ ਜੀ ਦੇ ਨੇੜੇ ਨੇੜੇ ਗੁਰਸਿੱਖ ਹੈ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਉਹਨਾਂ ਦੇ ਵੀ ਜਾ ਕੇ ਚਰਨੀ ਲੱਗੇ, ਉਹਨਾਂ ਨੂੰ ਵੀ ਨਮਸਕਾਰ ਕੀਤੀ। ਮਿਲਿਓ ਤਬਹਿ ਪੂਰੀ ਇਸ ਜੀਕੀ। ਉਹਨਾਂ ਨੂੰ ਮਿਲੇ ਨੇ ਤੇ ਆਪਣੀ ਜਿਹੜੀ ਹਿਰਦੇ ਦੀ ਇੱਛਾ ਸੀ ਉਹ ਪੂਰੀ ਕੀਤੀ ਹੈ ਦਰਸ਼ਨਾਂ ਦੀ। ਰਾਮੋ ਮਿਲ ਮਸਤਕ ਟੇਕਾ। ਤਿਵੇਂ ਹੀ ਸਾਈਂ ਦਾਸ ਜੀ ਦੇ ਘਰੋਂ ਬੀਬੀ ਰਾਮੋ ਜੀ ਨੇ ਵੀ ਸਾਰਿਆਂ ਨੂੰ ਮਿਲ ਕੇ ਮੱਥਾ ਟੇਕਿਆ। ਕੁਟੰਬ ਸਹਿ ਦਰਦ ਬਟੇਕਾ। ਸਾਰਾ ਹੀ ਪਰਿਵਾਰ ਗਿਆਨ ਦੇ ਸਮੁੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਹੈ। ਸੁੰਦਰ ਗਾਨ ਭਰੇ ਅੰਕਟ ਸਾਏ। ਸਾਈਂ ਦਾਸ ਜੀ ਨੇ ਘਰ ਦੇ ਵਿੱਚ ਬਹੁਤ ਸਾਰੇ ਬੜੇ ਸੋਹਣੇ ਪਲੰਘੇ ਡਾਉਣਾ ਕੀਤੇ। ਉਜਲ ਆਸਤਰਨ ਸੋ ਛਾਏ। ਉਹਦੇ ਉੱਤੇ ਬੜੇ ਸੋਹਣੇ ਚਿੱਟੇ ਚਿੱਟੇ ਵਿਛਾਉਣਾ ਕੀਤੇ ਐ। ਸੁੰਦਰ ਮੰਦਰ ਅੰਦਰ ਥਿਰੇ। ਜਿਹੜਾ ਸਾਈਂ ਦਾਸ ਜੀ ਨੇ ਬੜਾ ਸੋਹਣਾ ਮਕਾਨ ਬਣਾਇਆ ਹੋਇਆ ਹੈ, ਉਸ ਮਕਾਨ ਦੇ ਅੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਕੇ ਸਥਿਤ ਹੋਏ। ਨਾ ਵਹਿਰ ਸਿਵਰ ਬਹੁ ਕਰੇ। ਜਿੰਨੇ ਬਹੁਤ ਸਾਰੀ ਨਾਲ ਮਹਾਰਾਜ ਜੀ ਦੇ ਸੈਨਾ ਸੀ, ਉਹ ਫਿਰ ਪਿੰਡੋਂ ਬਾਹਰ-ਵਾਰ ਉਹਨਾਂ ਦਾ ਉਤਾਰਾ ਕੀਤਾ। ਤੰਬੂ ਸਮਿਆਨੇ ਬਹੁ ਤਾਨੇ। ਬਹੁਤ ਸਾਰੇ ਉਹਨਾਂ ਨੇ ਤੰਬੂ ਤੇ ਸ਼ਮਿਆਨੇ ਜੇ ਲਾਉਣਾ ਕੀਤੇ ਐ, ਦਰੀਆਂ ਤੇ ਕਨਾਤਾਂ ਜੀਆਂ ਲਾਉਣੀਆਂ ਕੀਤੀਆਂ ਹਨ। ਕਾਟਿਓ ਝੰਡਾ ਊਚ ਮਹਾਨੇ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਨਿਸ਼ਾਨ ਹੈ ਉਹ ਬੜਾ ਉੱਚਾ ਕਰਕੇ ਗੱਡ ਦਿੱਤਾ। ਤਥਾ ਜੋਗ ਉਤਰਾ ਸਮੁਦਾਇਆ। ਜਥਾ ਜੋ ਕਹਿੰਦੇ ਜਿੰਨੇ ਵੀ ਸਮੂਹ ਸੰਗਤ ਹੈ, ਗੁਰਸਿੱਖ ਸੂਰਮੇ ਨੇ, ਜਿੱਥੇ ਜਿੱਥੇ ਥਾਂ ਮਿਲੀ ਹੈ ਉੱਥੇ ਉੱਥੇ ਉਹਨਾਂ ਉਤਾਰਾ ਕੀਤਾ ਹੈ। ਆਦਮ ਸੰਤਨ ਚਮੂ ਨਿਕਾਇਆ। ਸੋ ਇਦਾਂ ਜਿੰਨੇ ਵੀ ਕੁਝ ਮਸੰਦ ਸਨ ਗੁਰਸਿੱਖ, ਉਹਨਾਂ ਨੇ ਸਾਰੀ ਜਿੰਨੀ ਵੀ ਫੌਜ ਹੈ, ਤਥਾ ਸਬਦ ਦਲਪਤੀ ਹੁਲਾਸ। ਹਾਂ ਸਾਰਿਆਂ ਨੇ ਕਹਿੰਦੇ ਥਾਂ ਥਾਂ ਹੀ ਉਤਾਰਾ ਕੀਤਾ। ਤੇ ਇੱਧਰ ਸਾਈਂ ਦਾਸ ਜੀ, ਉਹਨਾਂ ਦੀ ਪਤਨੀ ਬੀਬੀ ਰਾਮੋ ਜੀ, ਦੋਨੇ ਹੀ ਆਪਣੇ ਮਨ ਵਿੱਚ ਬੜੇ ਖੁਸ਼ ਹਨ। ਸੇਵਤ ਰਾਮੋ ਸਾਈਂ ਦਾਸ। ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ ਆਪਣੀ ਭਾਵਨਾ ਦੇ ਨਾਲ ਜਿੰਨੀ ਸਰਦਾ ਬਣਦਾ ਹੈ ਉਹਦੇ ਅਨੁਸਾਰ ਗੁਰੂ ਸਾਹਿਬ ਜੀ ਦੀ, ਗੁਰਸਿੱਖਾਂ ਦੀ ਸੇਵਾ ਕਰਦੇ ਐ। ਅਤਿਕ ਪ੍ਰੇਮ ਤੇ ਅਸਨ ਬਣਾਇਓ। ਬਹੁਤੇ ਪ੍ਰੇਮ ਦੇ ਨਾਲ ਬਾਬਾ ਸਾਈਂ ਦਾਸ ਜੀ ਦੇ ਘਰੋਂ ਮਾਤਾ ਰਾਮੋ ਜੀ ਨੇ ਭੋਜਨ ਬਣਾਇਆ ਨਿਕਟ ਤਰ ਭਾਉ ਅਜਾਇਓ। ਤੇ ਨਾਲ ਬੈਠ ਕਰਕੇ ਤੇ ਬਹੁਤਾ ਹੀ ਪ੍ਰੇਮ ਰੱਖ ਕੇ ਛਕਾਉਣਾ ਕੀਤਾ ਹੈ। ਕਰਕੇ ਨੰਦਨ ਸਾਰੇ। ਤਥਾ ਉਸੇ ਤਰ੍ਹਾਂ ਜੋ ਗੁਰੂ ਸਾਹਿਬ ਜੀ ਦੇ ਸਾਰੇ ਸੁਪੁੱਤਰ ਹਨ, ਆਨੰਦ ਅਚਵਾਏ ਆਹਾਰੇ। ਬਹੁਤਾ ਹੀ ਆਨੰਦ ਧਾਰ ਕੇ ਸਾਈਂ ਦਾਸ ਜੀ ਨੇ ਉਹਨਾਂ ਨੂੰ ਵੀ ਸਾਹਿਬਜ਼ਾਦਿਆਂ ਨੂੰ ਵੀ ਭੋਜਨ ਛਕਾਇਆ। ਰਾਮੋ ਪ੍ਰੀਤੀ ਬੜ ਧਾਰੀ। ਫਿਰ ਬੀਬੀ ਰਾਮੋ ਜੀ ਨੇ ਮਨ ਵਿੱਚ ਬਹੁਤ ਹੀ ਪ੍ਰੀਤੀ ਧਾਰਨ ਕੀਤੀ। ਆਦਿਕ ਮੋਦਰੀ ਆਦਿਕ ਸਾਰੀ। ਆ ਮਾਤਾ ਦਮੋਦਰੀ ਜੀ ਆਦਿਕ ਸਭਨਾਂ ਨੇ ਭੋਜਨ ਛਕਿਆ। ਗੁਰੂ ਸੁਨ ਸਾਈਂ ਦਾਸ। ਤਦੋਂ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸਾਈਂ ਦਾਸ ਜੀ ਨੂੰ ਕਿਹਾ ਕਿ ਸਾਈਂ ਦਾਸ ਸੁਣਨਾ ਕਰ, ਕੋਈ ਪ੍ਰੇਮ ਨਹੀਂ ਆਨੇ ਪਾਸ। ਇਹ ਤਾਂ ਤੇਰੇ ਪ੍ਰੇਮ ਨੇ ਖਿੱਚ ਕਰਕੇ ਸਾਨੂੰ ਤੇਰੇ ਕੋਲ ਲੈ ਆਂਦਾ ਹੈ। ਚਿਤ ਸਿਮਰਤ ਹੱਥ ਨ ਜੋਰ। ਤੂੰ ਨਿਤ ਹੀ ਹੱਥ ਜੋੜ ਕਰਕੇ ਸਾਨੂੰ ਚੇਤੇ ਕਰਦਾ ਰਹਿੰਦਾ ਸਾਂ। ਕਰਤ ਰਹਿਓ ਦਰਸ਼ਨ ਕੀ ਲੋਰ। ਆ ਨਿਤ ਹੀ ਸਾਡੇ ਦਰਸ਼ਨਾਂ ਦੀ ਇੱਛਾ ਕਰਦਾ ਰਹਿੰਦਾ ਸੈਂ। ਜਾਂਤੇ ਪਾਠ ਕਰ ਤੁਬ ਅਰਦਾਸ। ਆ ਜਾਂ ਤੇ ਇਸ ਕਰਕੇ ਤੇਰੀ ਜਿਹੜੀ ਅਰਦਾਸ ਲਿਖ ਕੇ ਭੇਜੀ ਸੀ ਚਿੱਠੀ ਰੂਪ ਦੇ ਅੰਦਰ, ਉਹ ਅਰਦਾਸ ਪੜ੍ਹ ਕਰਕੇ ਤਿਆਰੀ ਆਏ ਪੁਰ ਆਸ। ਇਸ ਤਰ੍ਹਾਂ ਅਸੀਂ ਤਿਆਰੀ ਕਰਕੇ ਤੇ ਸਾਰੇ ਹੀ ਅਸੀਂ ਪਰਿਵਾਰ ਵਾਲੇ ਤੇਰੇ ਪਾਸ ਆ ਗਏ ਹਾਂ ਬੜੀ ਛੇਤੀ ਨਾਲ। ਸਾਈਂ ਦਾਸ ਕਹਿਓ ਤਰ ਭਾਉ। ਇਹ ਸੁਣ ਕੇ ਬਾਬਾ ਸਾਈਂ ਦਾਸ ਜੀ ਨੇ ਬੜਾ ਪ੍ਰੇਮ ਧਾਰ ਕੇ ਇਦਾਂ ਕਿਹਾ, ਇਹੀ ਆਪ ਕੋ ਸਹਿਜ ਸੁਭਾਉ। ਮਹਾਰਾਜ ਇਹੀ ਤਾਂ ਆਪ ਜੀ ਦਾ ਸਹਿਜ ਸੁਭਾਵ ਹੈ। ਰਾਜ ਸਮਾਜ ਦਰਬ ਨ ਹੀਰੋ।
ਆਪ ਜੀ ਸੱਚੇ ਪਾਤਸ਼ਾਹ ਜੀ ਕੀ ਕਿਸੇ ਦਾ ਰਾਜ ਭਾਗ ਹੈ ਜਾਂ ਬਹੁਤਾ ਕੋ ਸਾਜੋ ਸਮਾਨ ਇਹ ਨਹੀਂ ਦੇਖਦੇ ਹੋ। ਨਾ ਸਾਕ ਸੰਬੰਧ ਵਡੇਰੂ, ਨਾ ਹੀ ਤੁਸੀਂ ਕੋਈ ਸਾਕ ਸੰਬੰਧੀ ਦੇਖਦੇ ਹੋ ਕਿ ਸਾਡਾ ਕੋਈ ਰਿਸ਼ਤੇਦਾਰ ਹੈ ਵੱਡਾ। ਜਹਾਂ ਪ੍ਰੇਮ ਕੋ ਚਿਤ ਹੋ ਗਸਾਈ, ਇਹ ਮੇਰੇ ਮਾਲਕ ਸਤਿਗੁਰੂ ਜੀ ਤੁਸੀਂ ਤਾਂ ਜਿੱਥੇ ਵੀ ਆਪਣੇ ਗੁਰਸਿੱਖਾਂ ਦਾ ਪ੍ਰੇਮ ਚਿਤਵਦੇ ਹੋ ਸਭ ਤਿਆਗ ਹੋ ਤਹਿ ਪਹੁੰਚੇ ਜਾਈ। ਤਦੋਂ ਸਾਰਾ ਕੁਝ ਤਿਆਗ ਕਰਕੇ ਤੇ ਆਪਣੇ ਸਿੱਖਾਂ ਦੇ ਪ੍ਰੇਮ ਨੂੰ ਪੂਰਿਆਂ ਕਰਦਿਆਂ ਹੋਇਆਂ ਉੱਥੇ ਜਾ ਪਹੁੰਚਦੇ ਹੋ। ਰਾਜ ਸਮਾਜ ਛੋੜ ਕਰੋ ਰਾਈ, ਜਿਵੇਂ ਮਹਾਰਾਜ ਜੀ ਦੇਖੋ ਇਹ ਤਾਂ ਪੁਰਾਣੇ ਯੁੱਗਾਂ ਵਿੱਚ ਵੀ ਗਾਥਾ ਸੁਣੀ ਹੈ ਕਿ ਜਿਵੇਂ ਕੌਰਵਾਂ ਦਾ ਬੜਾ ਵੱਡਾ ਰਾਜ ਭਾਗ ਸੀ ਉਹਨੂੰ ਛੱਡ ਕੇ ਆਏ ਗਿਦਰ ਕੇ ਨਿਸਾ ਬਿਤਾਈ। ਕ੍ਰਿਸ਼ਨ ਭਗਵਾਨ ਜੀ ਨੇ ਕਹਿੰਦੇ ਬਿਦਰ ਭਗਤ ਦੇ ਘਰ ਵਿੱਚ ਜਾ ਕੇ ਰਾਤ ਬਤੀਤ ਕੀਤੀ ਸੀ। ਉਹ ਸਾਖੀ ਜਿਵੇਂ ਮਹਾਭਾਰਤ ਵਿੱਚ ਆਉਂਦੀ ਹੈ ਕਿ ਜਦੋਂ ਕ੍ਰਿਸ਼ਨ ਭਗਵਾਨ ਇੱਕ ਵਾਰ ਇਹਨਾਂ ਦੇ ਕੌਰਵਾਂ ਦੇ ਪਾਸ ਚੱਲੇ ਸਨ ਤੇ ਕੌਰਵਾਂ ਦੇ ਵਿੱਚੋਂ ਜਿਹੜਾ ਉਸ ਸਮੇਂ ਪਾਂਡਵਾਂ ਨੂੰ ਤਾਂ ਨਿਕਾਲਾ ਦੇ ਦਿੱਤਾ ਸੀ, ਇਹਨੇ ਬਨਵਾਸ ਵਿੱਚ ਭੇਜਿਆ ਹੋਇਆ ਸੀ ਦੁਰਯੋਧਨ ਨੇ। ਦੁਰਯੋਧਨ ਆਪ ਰਾਜ ਭਾਗ ਤੇ ਬੈਠਾ ਸੀ, ਇਹਨੂੰ ਪਤਾ ਚੱਲਿਆ ਕਿ ਕ੍ਰਿਸ਼ਨ ਜੀ ਮਿਲਣ ਵਾਸਤੇ ਆ ਰਹੇ ਹੈ। ਉਸ ਸਮੇਂ ਆਪਣੇ ਮਨ ਵਿੱਚ ਸੋਚਦਾ ਕਿ ਜੇ ਮੈਂ ਇੱਥੇ ਤਖਤ ਤੇ ਬੈਠਾ ਹੋਇਆ ਹੁਣ ਸਿੰਘਾਸਨ ਤੇ, ਜੇ ਕ੍ਰਿਸ਼ਨ ਜੀ ਇੱਥੇ ਆ ਗਏ ਤੇ ਉਹਨਾਂ ਦੇ ਸਨਮਾਨ ਵਿੱਚ ਮੈਂ ਅੱਗੋਂ ਉੱਠਿਆ ਤਾਂ ਮੇਰੇ ਜਿਹੜੇ ਨੇੜੇ ਇੱਥੇ ਬੈਠੇ ਹੋਏ ਆ ਲੋਕ, ਇਹਨਾਂ ਨੇ ਸੁਣਨਾ, ਇਹਨਾਂ ਨੇ ਸਮਝਣਾ ਕਿ ਇਹ ਕ੍ਰਿਸ਼ਨ ਤੋਂ ਸ਼ਾਇਦ ਡਰਦਾ ਹੈ ਤਾਂ ਖੜਾ ਹੋ ਗਿਆ, ਤੇ ਜੇ ਮੈਂ ਖੜਾ ਨਾ ਹੋਇਆ ਤਾਂ ਕ੍ਰਿਸ਼ਨ ਦਾ ਨਰਾਦਰ ਹੋਵੇਗਾ। ਇਸ ਕਰਕੇ ਕਿਉਂ ਨਾ ਅਸੀਂ ਤਬੇਲੇ 'ਚ ਜਾਂਦੇ, ਉੱਥੇ ਖੜੇ ਖੜੋਤੇ ਹੀ ਮਿਲ ਲਵਾਂਗੇ। ਉਹ ਆਪਣਾ ਰਾਜ ਛੱਡ ਕੇ ਤੇ ਜਾ ਕੇ ਤਬੇਲੇ ਚਲਾ ਗਿਆ। ਉੱਥੇ ਕਿਤੇ ਹਾਥੀ ਕਿਤੇ ਘੋੜਿਆਂ ਨੂੰ ਦੇਖਣ ਲੱਗ ਪਿਆ। ਉਧਰੋਂ ਕ੍ਰਿਸ਼ਨ ਜੀ ਆਏ, ਉਹ ਇਹਦੇ ਮਨ ਦੀ ਗੱਲ ਸਮਝ ਗਏ। ਉਹਨਾਂ ਨੇ ਫਿਰ ਇਹਦੇ ਘਰ ਨੂੰ ਜਾਣਾ ਛੱਡ ਕੇ ਤੇ ਜਿਹੜਾ ਬਿਦਰ ਸੀ ਭਗਤ, ਦਾਸੀ ਦਾ ਸਪੁੱਤਰ ਸੀ, ਉਹਦੇ ਘਰ ਵਿੱਚ ਜਾ ਪਹੁੰਚੇ। ਉਹ ਪਤੀ ਪਤਨੀ ਬੜੇ ਪ੍ਰੇਮ ਦੇ ਨਾਲ ਕ੍ਰਿਸ਼ਨ ਭਗਵਾਨ ਨੂੰ ਚੇਤੇ ਕਰਦੇ ਰਹਿੰਦੇ ਸਨ। ਉਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਫਿਰ ਉਹਨਾਂ ਦੇ ਘਰ ਵਿੱਚ ਜਾ ਕੇ ਪਹੁੰਚੇ। ਤਦੋਂ ਕਹਿੰਦੇ ਕਿ ਬਿਦਰ ਭਗਤ ਜੀ ਕਿਤੇ ਗਏ ਹੋਏ ਸਨ ਤੇ ਜਿਹੜੇ ਬਿਦਰ ਭਗਤ ਦੀ ਘਰਵਾਲੀ ਸੀ ਉਹਨੇ ਪ੍ਰੇਮ ਦੇ ਵਿੱਚ ਅਸਤ ਵਿਅਸਤ ਹੋ ਗਈ। ਭਗਵਾਨ ਜੀ ਨੂੰ ਬਿਠਾਇਆ, ਉਹਨਾਂ ਦੇ ਚਰਨ ਧੋਤੇ ਤੇ ਛਕਣ ਵਾਸਤੇ ਕੇਲੇ ਲਿਆ ਕੇ ਰੱਖੇ ਤੇ ਕੇਲੇ ਵਿੱਚੋਂ ਜਿਹੜੀਆਂ ਛਿੱਲੜਾਂ ਜਦੋਂ ਛਿੱਲ ਕੇ ਦੇ ਵਿੱਚੋਂ ਜਿਹੜਾ ਗੁੱਦਾ ਸੀ ਉਹ ਬਾਹਰ ਸੁੱਟੀ ਜਾਣ ਤੇ ਛਿੱਲੜਾਂ ਭਗਵਾਨ ਨੂੰ ਕਹੀ ਦਈ ਜਾਣ ਕੇ ਭਗਵਾਨ ਜੀ ਛਕੀ ਜਾਓ, ਤੇ ਭਗਵਾਨ ਜੀ ਪ੍ਰੇਮ ਦੇ ਕੇ ਛਕੀ ਜਾਣ। ਇਹਨੇ ਜੇ ਨੂੰ ਬਿਦਰ ਜੀ ਆ ਗਏ, ਆ ਕੇ ਕਹਿਣ ਲੱਗੇ ਕਿ ਆਹ ਕੀ ਤੂੰ ਕੀਤਾ ਹੈ, ਭਗਵਾਨ ਨੂੰ ਛਿੱਲੜਾਂ ਹੀ ਖਵਾ ਦਿੱਤੀਆਂ, ਇਸ ਕਰਕੇ ਰਾਤ ਦਾ ਭੋਜਨ ਮੈਂ ਤਿਆਰ ਕਰਾਂਗਾ। ਉਸ ਸਮੇਂ ਕੀ ਕੀਤਾ, ਭਗਵਾਨ ਦੇ ਵਾਸਤੇ ਸਾਗ ਬਣਾਇਆ ਬਿਦਰ ਜੀ ਨੇ। ਸਾਗ ਬਣਾ ਕਰਕੇ ਤੇ ਲੂਣ ਪਾਉਣਾ ਭੁੱਲ ਗਏ। ਉਹ ਜਦੋਂ ਛਕਾਇਆ ਕ੍ਰਿਸ਼ਨ ਜੀ ਨੂੰ ਤੇ ਕ੍ਰਿਸ਼ਨ ਜੀ ਪ੍ਰੇਮ ਨਾਲ ਛਕੀ ਗਏ। ਛਕਣ ਤੋਂ ਬਾਅਦ ਜਦੋਂ ਉਹਨਾਂ ਦੀ ਘਰਵਾਲੀ ਛਕਣ ਲੱਗੀ ਤੇ ਕਹਿਣ ਲੱਗੀ ਕਿ ਆਹ ਕੀ ਤੁਸੀਂ ਕੀਤਾ, ਆਪਾਂ ਤਾਂ ਭਗਵਾਨ ਦਾ ਸਤਿਕਾਰ ਕਰਨ ਸਗੋਂ ਨਰਾਦਰ ਕਰ ਬੈਠੇ ਹਾਂ। ਮੈਂ ਦਿਨੇ ਇਹਨਾਂ ਨੂੰ ਛਿੱਲੜਾਂ ਖਵਾਤੀਆਂ, ਤੁਸੀਂ ਸਾਗ ਖਵਾਇਆ ਉਹ ਵੀ ਬੇਸਵਾਦਾ, ਲੂਣ ਹੀ ਨਹੀਂ ਵਿੱਚ ਪਾਇਆ ਹੈ। ਭਗਵਾਨ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਅਸੀਂ ਤਾਂ ਤੁਹਾਡਾ ਪ੍ਰੇਮ ਦੇਖਣ ਆਏ ਹਾਂ, ਪ੍ਰੇਮ ਹੀ ਛਕਣ ਆਏ ਹਾਂ, ਉਹ ਅਸੀਂ ਛਕ ਲਿਆ ਹੈ, ਚਲੋ ਹੁਣ ਰੱਬ ਦੀ ਬੰਦਗੀ ਕਰੀਏ। ਸਾਰੀ ਰਾਤ ਕਹਿੰਦੇ ਇੱਦਾਂ ਭਜਨ ਕਰਦੇ ਆ, ਕੁਝ ਰੱਬ ਦੀਆਂ ਗੱਲਾਂ ਕਰਦਿਆਂ ਬਤੀਤ ਹੋਈ। ਤੇ ਅਗਲੇ ਦਿਨ ਫਿਰ ਦੁਰਯੋਧਨ ਨੇ ਆ ਕੇ ਕਿਹਾ ਕਿ ਭਗਵਾਨ ਜੀ ਇਹ ਕਿ ਤੁਸੀਂ ਕੀਤਾ, ਅਸੀਂ ਵੱਡੇ ਰਾਜੇ ਮਹਾਰਾਜੇ ਸਾਡੇ ਘਰ ਤਿਆਗ ਕੇ ਤੇ ਆ ਗੋਲੇ ਦੇ ਘਰ ਵਿੱਚ ਜਾ ਕੇ ਤੁਸੀਂ ਬੈਠੇ ਰਾਤ ਕੱਟੀ, ਇੱਥੇ ਸਾਡੇ ਮਖਮਲੀ ਸਿੰਘਾਸਨ ਸੀ, ਇੱਥੇ ਆਉਂਦੇ। ਤੇ ਉਸ ਸਮੇਂ ਫਿਰ ਭਗਵਾਨ ਨੇ ਜੋ ਕਿਹਾ ਹੈ ਉਹ ਭਗਤ ਕਬੀਰ ਸਾਹਿਬ ਨੇ ਸ਼ਬਦ ਵੀ ਇੱਕ ਉਚਾਰਨ ਕੀਤਾ ਹੋਇਆ, ਗੁਰਬਾਣੀ ਅੰਦਰ ਆਉਂਦਾ ਹੈ ਕਿ ਤੁਮਰੋ ਸਾਗ ਬਿਦਰ ਕੋ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਕਿ ਤੇਰੇ ਘਰ ਦਾ ਦੁੱਧ ਤੇ ਉਧਰ ਬਿਦਰ ਦੇ ਘਰ ਦਾ ਜਿਹੜਾ ਪਾਣੀ ਸੀ ਉਹਨੂੰ ਤਾਂ ਕਹਿੰਦੇ ਮੈਂ ਅੰਮ੍ਰਿਤ ਰੂਪ ਕਰਕੇ ਮੰਨਿਆ ਹੋਇਆ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਤੇ ਤੇਰੇ ਘਰ ਦੀ ਖੀਰ ਉਧਰ ਬਿਦਰ ਦੇ ਘਰ ਦਾ ਜਿਹੜਾ ਅਲੂਣਾ ਸਾਗ ਸੀ, ਕਹਿੰਦੇ ਉਹ ਤੇਰੀ ਘਰ ਦੀ ਖੀਰ ਨਾਲੋਂ ਵੀ ਬੜਾ ਸਵਾਦੀ ਸੀ, ਉਹ ਮੈਂ ਛਕਣਾ ਕੀਤਾ ਹੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਕਹਿੰਦੇ ਤੂੰ ਉਵੇਂ ਸਾਨੂੰ ਭਗਵਾਨ ਭਗਵਾਨ ਕਹਿਣਾ ਹੈ ਤੇ ਆਪਣੇ ਹਾਥੀ ਘੋੜੇ ਰਾਜ ਸਮੱਗਰੀ ਦੇਖ ਕਰਕੇ ਤੂੰ ਭੁੱਲ ਹੀ ਗਿਆ ਸੀ ਹੰਕਾਰ ਵਿੱਚ। ਸੋ ਇੱਦਾਂ ਇਹ ਸ਼ਬਦ ਵੀ ਬਾਣੀ ਅੰਦਰ ਉਚਾਰਨ ਕੀਤਾ ਹੋਇਆ। ਸੋ ਇਸ ਪ੍ਰਕਾਰ ਇੱਥੇ ਸਾਈਂ ਦਾਸ ਜੀ ਦੱਸਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਪੁਰਾਣੇ ਯੁੱਗਾਂ ਵਿੱਚ ਜਿਹੜੇ ਅਵਤਾਰੀ ਪੁਰਖ ਹੋਏ ਹੈ ਉਹਨਾਂ ਨੇ ਵੀ ਇਹ ਪ੍ਰਣ ਜਿਹੜਾ ਸੰਭਾਲਿਆ ਸੀ, ਇਸੇ ਤਰ੍ਹਾਂ ਆਪ ਨੇ ਇਹ ਪ੍ਰਣ ਸੰਭਾਲਿਆ ਹੈ।
ਇਸ ਤਰ੍ਹਾਂ ਜਿੰਨੇ ਵੀ ਦਿਜਵਰ ਸ਼੍ਰੇਸ਼ਟ ਜਿਹੜੇ ਗੁਣਾਂ ਵਾਲੇ ਪੰਡਤ ਸਨ, ਬਹੁਤੇ ਗੁਣਾਂ ਵਾਲੇ ਪ੍ਰੇਮ ਸੇ ਤਿਆਗੇ ਸਿਆਨੇ। ਮਹਾਰਾਜ ਜਿਹੜੇ ਬਿਨਾਂ ਪ੍ਰੇਮ ਤੋਂ ਐ ਵੱਡੇ ਵੱਡੇ ਸਿਆਣੇ ਉਹ ਛੱਡ ਦਿੱਤੇ ਸੀ ਕ੍ਰਿਸ਼ਨ ਭਗਵਾਨ ਨੇ। ਸ਼ੂਦਰ ਭਗਤ ਕੇ ਸੰਗ ਫਿਰੰਤੇ। ਜਿਹੜਾ ਉਹ ਸ਼ੂਦਰ ਸੀ ਕਿ ਤਾਂ ਦਾਸਾ ਜੀ ਦਾ ਪੁੱਤਰ ਹੈ ਤੇ ਉਹਨਾਂ ਦੇ ਘਰ ਵਿੱਚ ਜਾ ਕੇ ਫਿਰੇ। ਜਗਤ ਮੈਂ ਨਹੀਂ ਛਪੰਤੇ। ਇਹ ਤਾਂ ਗੱਲ ਮਹਾਰਾਜ ਪ੍ਰਗਟ ਹੀ ਹੈ, ਸਾਰੇ ਸੰਸਾਰ ਵਿੱਚ ਕੋਈ ਲੁਕੀ ਛੁਪੀ ਨਹੀਂ ਹੈ। ਬਸ ਦਾਸਨ ਕੇ ਸਦਾ ਗੁਸਾਈ। ਇਹ ਮੇਰੇ ਮਾਲਕ ਸਤਿਗੁਰੂ ਜੀ, ਆਪ ਜੀ ਤਾਂ ਸਦਾ ਹੀ ਆਪਣੇ ਦਾਸਾਂ ਦੇ ਵਸੀਕਾਰ ਹੋ। ਕ੍ਰਿਤ ਤੁਮਕੋ ਬਨ ਆਈ। ਆ ਬਾਣੀ 'ਚ ਵੀ ਮਹਾਰਾਜ ਕਹਿੰਦੇ ਆ, ਨਾ ਤੂੰ ਆਵੈਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵਹਿ ਵਸ ਵੇਦ ਪੜਾਵਣੇ। ਨਾ ਤਾਂ ਵਾਹਿਗੁਰੂ ਤੂੰ ਵਸ ਆਉਂਦਾ ਕੋਈ ਬਹੁਤੇ ਕੋਈ ਵੇਦ ਪੜ੍ਹ ਲਵੇ, ਨਾ ਕੋਈ ਬਹੁਤੇ ਕੀਰਣੇ ਜੇ ਪਾਉਣ ਲੱਗ ਪਵੇ, ਨਾ ਵੀ ਤੂੰ ਵਸ ਨਹੀਂ ਆਉਂਦਾ। ਰੱਬ ਕਿਵੇਂ ਵਸ ਆਉਂਦਾ ਹੈ? ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਇਹ ਵਾਹਿਗੁਰੂ ਤੂੰ ਭਗਤਾਂ ਦੇ ਵਸੀਕਾਰ ਹੈ, ਭਗਤ ਤੈਨੂੰ ਵਸ ਵਿੱਚ ਕਰਦੇ ਆ, ਉੱਦਾਂ ਤੂੰ ਨਹੀਂ ਕਿਸੇ ਦੇ ਵਸ ਆਉਣਾ। ਇੱਥੇ ਸਾਈਂ ਦਾਸ ਜੀ ਕਹਿੰਦੇ, ਮਹਾਰਾਜ ਤੁਸੀਂ ਤਾਂ ਸਦਾ ਹੀ ਆਪਣੇ ਦਾਸਾਂ ਦੇ ਪ੍ਰੇਮ ਦੇ ਵਸੀਕਾਰ ਹੋ। ਤੁਹਾਡੀ ਜਿਹੜੀ ਕਿਰਤ ਹੈ, ਤੁਹਾਡੇ ਜਿਹੜੇ ਜੋ ਤੁਸੀਂ ਕੌਤਕ ਕਰਦੇ ਹੋ, ਇਹ ਤੁਹਾਨੂੰ ਹੀ ਬਣ ਆਉਂਦੇ ਹਨ। ਨਹੀਂ ਸਮਤਾ ਕੋ ਧਰੈ। ਹੋਰ ਕਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡੀ ਬਰਾਬਰੀ ਧਾਰਨ ਕਰ ਸਕੇ? ਕੋਈ ਨਹੀਂ ਹੈ ਐਸਾ। ਅਸ ਦੀਨਨ ਕੇ ਨਿਤ ਅਨਸਰੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਾਂ ਜਿਹੜੇ ਕੋਈ ਨਿਮਾਣੇ ਐ, ਨਿਮਰਤਾ ਧਾਰਨ ਕਰਕੇ ਆਪ ਜੀ ਚਰਨਾਂ ਨੂੰ ਚੇਤੇ ਕਰਦੇ ਐ, ਉਹਨਾਂ ਦੇ ਵਸੀਕਾਰ ਹੋ ਸਦਾ ਹੀ। ਭਏ ਸਤਿਗੁਰ ਮਹਾਰਾਜ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਈਂ ਦਾਸ ਜੀ ਦੇ ਘਰ ਵਿੱਚ ਹੀ ਡਰੌਲੀ ਭਾਈ ਵਿੱਚ ਹੀ ਰਹਿਣ ਲੱਗੇ। ਸੁਧਾਰਹਿ ਸਿੱਖਨ ਕਾਜ। ਇੱਥੇ ਰਹਿ ਕਰਕੇ ਹੀ ਬਹੁਤ ਸਾਰੇ ਸਿੱਖਾਂ ਦੇ ਜਿਹੜੇ ਕਾਰਜ ਸੀ ਉਹ ਸਵਾਰਦੇ ਹਨ। ਕਬ ਕਬ ਬਹਿਰ ਅਖੇਲ ਸਿਧਾਵੈ। ਹਾਂ, ਕਦੀ ਕਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜ੍ਹ ਕੇ ਬਾਹਰ ਜੰਗਲ ਵਾਲੇ ਪਾਸੇ ਨੂੰ ਚਲੇ ਜਾਂਦੇ ਹਨ। ਬੈਠ ਕਰ ਸਭਾ ਲਗਾਵੈ। ਕਦੀ ਪਿੰਡ ਵਿੱਚ ਬੈਠ ਕਰਕੇ ਬਹੁਤ ਸੋਹਣਾ ਮਹਾਰਾਜ ਜੀ ਦੀਵਾਨ ਲਗਾ ਲੈਂਦੇ ਨੇ। ਔਰ ਸੋਏ ਕਾ ਪਰ ਮੇਲਾ। ਇੱਦਾਂ ਹੀ ਕਹਿੰਦੇ ਕਿ ਇਹ ਸਮਾਂ ਪਾ ਕੇ ਵਿਸਾਖੀ ਦਾ ਜੋੜ ਮੇਲਾ ਆ ਗਿਆ ਜੋ ਬਹੁਤ ਭਰ ਗਿਆ। ਸੁਨ ਸਿੱਧ ਗੁਰ ਕੀ ਭਇਓ ਸਕੇਲਾ। ਆ ਲਾਗੇ ਜਾਗੇ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੀ ਖਬਰ ਸੁਣੀ ਹੈ ਕਿ ਮਹਾਰਾਜ ਜੀ ਮਾਲਵੇ ਧਰਤੀ ਤੇ ਆਏ ਹੋਏ ਹੈ, ਉਹ ਸਾਰੇ ਹੀ ਉੱਥੇ ਇਕੱਠੇ ਹੋ ਗਏ। ਉਪਹਾਰਨ ਆਣ ਚੜਾਵੈ। ਲਿਆ ਕੇ ਬਹੁਤ ਸਾਰੀਆਂ ਭੇਟਾਵਾਂ ਮਹਾਰਾਜ ਦੇ ਚਰਨਾਂ ਵਿੱਚ ਚੜਾਉਂਦੇ ਹਨ। ਚਰਨ ਦਰਸ ਕੋ ਪਾਵੈ। ਇੱਦਾਂ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰਦੇ ਐ, ਚਰਨਾਂ ਤੇ ਨਤਮਸਤਕ ਹੁੰਦੇ ਹਨ। ਟਿਕ ਬਸੇ ਲਾਭ ਕੋ ਜਾਣੈ। ਇੱਦਾਂ ਬਹੁਤ ਸਾਰਾ ਲਾਭ ਜਾਣ ਕੇ ਗੁਰੂ ਸਾਹਿਬ ਜੀ ਦੇ ਪਾਸ ਹੀ ਵਸਦੇ। ਆਪਣਾ ਕਿਰਤਾਰਥ ਮੰਨੈ। ਮਹਾਰਾਜ ਜੀ ਦੇ ਦਰਸ਼ਨ ਕਰਦੇ ਐ ਤੇ ਆਪਣੇ ਆਪ ਨੂੰ ਸਫਲਾ ਸਮਝਦੇ ਐ ਕਿ ਗੁਰੂ ਕੇ ਦਰਸ਼ਨ ਕਰਕੇ ਅਸੀਂ ਤਾਂ ਜੀਵਨ ਸਫਲ ਬਣਾ ਲਿਆ। ਕਨ ਵਸਤ ਅਰਪਹਿ ਆਏ। ਇੱਦਾਂ ਸਾਰੇ ਗੁਰਸਿੱਖ ਅਣਗਿਣਤੀ ਵਸਤੂਆਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਨਾਰੀ ਹੋਏ ਸਮੁਦਾਏ। ਬਹੁਤ ਸਾਰੇ ਨਰ ਪੁਰਸ਼ ਤੇ ਬਹੁਤ ਸਾਰੀਆਂ ਇਸਤਰੀਆਂ ਇਕੱਤਰ ਹੁੰਦੇ। ਕਾਮਨਾ ਪਾਏ ਸਿਧਾਰੇ। ਆਪਣੇ ਮਨ ਦੀਆਂ ਕਾਮਨਾਵਾਂ ਗੁਰੂ ਸਾਹਿਬ ਦੇ ਪਾਸੋਂ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ। ਦੀਨ ਗੁਰ ਨਿਕਟ ਗੁਜਾਰੇ। ਇੱਦਾਂ ਜਦੋਂ ਜੋੜ ਮੇਲੇ ਹੁੰਦੇ ਤੇ ਤਕਰੀਬਨ 3 ਰਾਤਾਂ ਗੁਰੂ ਸਾਹਿਬ ਜੀ ਦੇ ਪਾਸ ਹੀ ਸੰਗਤ ਵਿੱਚ ਬਿਤਾਉਂਦੇ। ਜਸ ਕਰਤ ਆਪਣੇ ਗ੍ਰਹਿ ਗਏ। ਇੱਦਾਂ ਗੁਰੂ ਸਾਹਿਬ ਜੀ ਦਾ ਸ੍ਰੇਸ਼ਟ ਜਸ ਕਰਦਿਆਂ ਕਰਦਿਆਂ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸਤਿਗੁਰ ਤਹਾਂ ਵਿਰਾਜਤ ਭਏ। ਅਤੇ ਮੇਰੀ ਬੇਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਹੀ ਡਰੋਲੀ ਪਿੰਡ ਵਿੱਚ ਹੀ ਵਸਦੇ ਰਹੇ। ਬਸਤ ਡਰੋਲੀ ਗ੍ਰਾਮ ਮਹਿ। ਇੱਦਾਂ ਡਰੌਲੀ ਪਿੰਡ ਦੇ ਵਿੱਚ ਵਸਦਿਆਂ ਹੋਇਆਂ ਕੀਨੇ ਅਨਕ ਬਿਲਾਸ। ਅਨੇਕਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ। ਗਾਥ ਹੋਈ ਜਥਾ ਸੁਨਹੁ। ਕਵੀ ਭਾਈ ਸੰਤੋਖ ਸਿੰਘ ਜੀ ਕੈਂਥਲ ਵਿੱਚ ਬੈਠੇ ਸਾਰਾ ਇਤਿਹਾਸ ਲਿਖ ਰਹੇ ਨੇ ਰਾਜੇ ਉਹਦੇ ਸਿੰਘ ਦੇ ਪਾਸ। ਉੱਥੇ ਜਿੱਦਾਂ ਆਪਾਂ ਕਥਾ ਸੁਣ ਰਹੇ ਹਾਂ, ਇੱਦਾਂ ਹੀ ਬਹੁਤ ਸਾਰੇ ਸਿੱਖ ਜੁੜ ਕੇ ਕਥਾ ਸੁਣਿਆ ਕਰਦੇ ਸਨ ਤੇ ਉਹਨਾਂ ਨੂੰ ਸੁਣਾਉਂਦੇ ਹੋਏ ਕਹਿੰਦੇ ਕਿ ਗੁਰਸਿੱਖੋ, ਇਹ ਜਿਵੇਂ ਮਹਾਰਾਜ ਜਦੋਂ ਉੱਥੇ ਵਸ ਰਹੇ ਸੀ ਡਰੌਲੀ ਪਿੰਡ ਵਿੱਚ, ਉੱਥੇ ਹੀ ਇੱਕ ਹੋਰ ਕਹਾਣੀ ਹੋਈ ਹੈ। ਉਹ ਜਿਵੇਂ ਹੋਈ ਉਹ ਸੁਣੋ। ਤਥਾ ਉਸੇ ਤਰ੍ਹਾਂ ਹੀ ਕਹਿੰਦੇ ਸੁੱਖਾਂ ਦੀ ਰਾਸ਼ੀ, ਸੁੱਖਾਂ ਦੀ ਰਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਿਚਿੱਤਰ ਗਾਥਾ ਹੈ ਉਹ ਸੁਣੋ, ਜਿਹਨੂੰ ਸੁਣ ਕਰਕੇ ਤੁਸੀਂ ਵੀ ਗੁਰਮਤਿ ਵਿੱਚ ਪਰਪੱਕ ਹੋਵੋਗੇ। ਵੱਡੇ ਇੱਕ
ਰਾਮ ਮਹਿ। ਇੱਥੇ ਡਰੌਲੀ ਪਿੰਡ ਦੇ ਨਾਲ ਹੀ ਥੋੜਾ ਦੂਰ ਕਰਕੇ ਇੱਕ ਵੱਡਾ ਘਰ ਨਾਮ ਦਾ ਪਿੰਡ ਹੈ। ਉਸ ਪਿੰਡ ਦੇ ਵਿੱਚ ਸਿੱਖ ਬਸੇ ਤਿਖਾਨ। ਤਰਖਾਣ ਜਾਤੀ ਦੇ ਵਿੱਚੋਂ ਇੱਕ ਬੜਾ ਹੀ ਪਿਆਰ ਵਾਲਾ ਗੁਰਸਿੱਖ ਵਸਦਾ ਹੈ। ਰਾਮਦਾਸ ਸਤਿਗੁਰੂ ਤੇ। ਜਿਸ ਤਰਖਾਣ ਗੁਰਸਿੱਖ ਨੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਸਿੱਖੀ ਕਰੀ ਮਹਾਨ। ਬੜੀ ਮਹਾਨ ਸਿੱਖੀ ਧਾਰਨ ਕੀਤੀ ਸੀ। ਮਾਸ ਦਰਸ਼ਨ ਕੋ ਜਾਏ। ਜੋ 6 ਮਹੀਨੇ ਹੀ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਇਆ ਕਰਦਾ। ਸਬਤ ਤਨ ਭੇਟ ਚੜਾਏ। ਹਾਂ, ਜਿੰਨਾ ਸਰਦਾ ਬਣਦਾ ਸੀ ਉਸੇ ਤਰ੍ਹਾਂ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਚੜਾਇਆ ਕਰਦਾ। ਇਹ ਪ੍ਰੇਮ ਕਰ ਗੁਰ ਕੀ ਬਾਣੀ। ਹਾਂ, ਇਹ ਬਹੁਤ ਹੀ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਸੁਣਿਆ ਕਰਦਾ ਸੀ। ਧਰਮ ਕਿਰਤ ਕਰ ਬਨਹਿ ਸੁਦਾਨੀ। ਇਹਦਾ ਕਹਿੰਦੇ ਧਰਮ ਦੀ ਕਿਰਤ ਕਰਦਾ ਸੀ ਤੇ ਜੋ ਕੁਝ ਬਚਦਾ ਸੀ ਉਹਦੇ ਵਿੱਚੋਂ ਫਿਰ ਦਾਨ ਕਰ ਦਿਆ ਕਰਦਾ। ਔਰ ਵਿਖੇ ਭਾਉ ਕੋ ਧਾਰੈ। ਇਹਦਾ ਕਹਿੰਦੇ ਕਿ ਗੁਰੂ ਸਾਹਿਬ ਜੀ ਦਾ ਔਰ ਹਿਰਦੇ ਵਿੱਚ ਬੜਾ ਭੈ ਅਤੇ ਬਹੁਤ ਪ੍ਰੇਮ ਧਾਰਨ ਕਰਕੇ ਰੱਖਦਾ। ਸਤਿਗੁਰ ਮਹਿਮਾ ਅਦਕ ਉਚਾਰੈ। ਸਾਰਾ ਦਿਨ ਹੀ ਬਹੁਤ ਸਾਰੀ ਗੁਰੂ ਦੀ ਮਹਿਮਾ ਹੀ ਸਦਾ ਉਚਾਰਦਾ ਰਹਿੰਦਾ ਸੀ। ਸ੍ਰੀ ਅਰਜਨ ਕੋ ਸੇਵਤ ਰਹਿਓ। ਜਦੋਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹੈ, ਉਹਨਾਂ ਤੋਂ ਬਾਅਦ ਫਿਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਮਾਈ। ਆਪ ਬਹੁ ਬਰਖਨ ਪਏ ਨਿਰਭਇਓ। ਇਹਦਾ ਕਹਿੰਦੇ ਕਿ ਉਹ ਬਹੁਤ ਸਾਲਾਂ ਦੀ ਉਸ ਦੀ ਉਮਰ ਹੋ ਚੁੱਕੀ ਸੀ, ਸਰੀਰ ਬਹੁਤ ਹੁਣ ਬੁੱਢਾ ਹੋ ਚੁੱਕਾ ਸੀ। ਆਖਰ ਕਹੇ ਤਾਹੇ ਕੋ ਨਾਮੂ। ਹਾਂ, ਕਵੀ ਜੀ ਕਹਿੰਦੇ ਕਿ ਉਸ ਗੁਰਸਿੱਖ ਦਾ ਭਾਈ ਆਕਲ ਜੀ ਕਰਕੇ ਨਾਮ ਕਿਹਾ ਜਾਂਦਾ ਹੈ। ਮਨ ਕੋ ਗੁਰਮਤਿ ਮਹਿ ਵਿਸਰਾਮੂ। ਜਿਹਦੇ ਮਨ ਦੇ ਵਿੱਚ ਗੁਰੂ ਦੀ ਮੱਤ ਦਾ ਹੀ ਵਿਸ਼ਰਾਮ ਹੈ, ਗੁਰੂ ਦੀ ਮੱਤ ਹੀ ਟਿਕੀ ਹੋਈ ਹੈ। ਜੇ ਗ੍ਰਹਿ ਨਿਪਜੀ ਇੱਕ ਕੰਨਿਆ। ਉਹਦੇ ਘਰ ਦੇ ਵਿੱਚ ਇੱਕ ਪੁੱਤਰੀ ਨੇ ਜਨਮ ਲਿਆ। ਪੂਰਬ ਜਨਮ ਪੁੰਨ ਕੀ ਧੰਨਿਆ। ਉਹ ਤੇ ਮਾਨੋ ਪੂਰਬਲੇ ਜਨਮਾਂ ਦੀ ਹੋਈ ਬਹੁਤ ਸਾਰੇ ਕਿਤੇ ਪੁੰਨ ਹੀ ਪੁੰਨ ਇਕੱਠੇ ਹੋ ਕੇ ਆਏ ਹੋਏ ਸਨ। ਬਹੁਤ ਧੰਤਾ ਯੋਗ ਸੀ। ਬਰਖ ਜਬ ਆਕੁਲ ਜਾਨੀ। ਜਦੋਂ ਕਹਿੰਦੇ ਕਿ ਭਾਈ ਆਕਲ ਜੀ ਨੇ 7 ਕੁ ਸਾਲਾਂ ਦੀ ਆਪਣੀ ਲੜਕੀ ਹੋਈ ਜਾਣੀ, ਕਿਸਨ ਬੰਦ ਕਰੋ ਮਨ ਠਾਨੀ। ਆਪਣੇ ਮਨ ਦੇ ਵਿੱਚ ਇਹ ਗੱਲ ਸੋਚੀ ਕਿ ਹੁਣ ਆਪਣੀ ਧੀ ਜਿਹੜੀ ਹੈ ਇਹਦਾ ਕਿਤੇ ਨਾ ਕਿਤੇ ਸੰਬੰਧ ਬਣਾ ਦਿੱਤਾ ਜਾਵੇ, ਵਿਆਹ ਕਰ ਦਿੱਤਾ ਜਾਵੇ। ਬੁਲਾਏ ਕਰ ਦਇਓ ਪਠਾਈ। ਉਹਨਾਂ ਸਮਿਆਂ ਦੇ ਵਿੱਚ ਪੰਡਿਤ ਲੋਕ ਜਾਂ ਨਾਈ ਲੋਕ ਜਿਹੜੇ ਹੁੰਦੇ ਸੀ, ਇਹਨਾਂ ਨੂੰ ਹੀ ਰਿਸ਼ਤੇ ਵਾਸਤੇ ਭੇਜਿਆ ਜਾਇਆ ਕਰਦਾ ਸੀ। ਸੋ ਇਹ ਹੀ ਅੱਗੇ ਜਾ ਕਰਕੇ ਤੇ ਰਿਸ਼ਤਾ ਕਰਿਆ ਕਰਦੇ ਸੀ, ਸਾਰਾ ਕੁਝ ਦੱਸ ਦਿੱਤਾ ਜਾਂਦਾ। ਸਮਾਂ ਪਾ ਕਰਕੇ ਕੀ ਗੱਲ ਹੋਈ ਕਿ ਜਿਹੜੇ ਪੰਡਿਤ ਲੋਕ ਸਨ, ਇਹਨਾਂ ਨੇ ਕੀ ਕਰਨਾ ਕਿ ਪੈਸੇ ਦੇ ਲਾਲਚ ਵਿੱਚ ਗਲਤ ਥਾਂ ਤੇ ਰਿਸ਼ਤੇ ਪੱਕੇ ਕਰ ਦਿਆ ਕਰਨੇ। ਉਹ ਇਸ ਕਰਕੇ ਫਿਰ ਲੋਕਾਂ ਨੇ ਹੌਲੀ ਹੌਲੀ ਇਹਨਾਂ ਦਾ ਖੇੜਾ ਛੱਡ ਦਿੱਤਾ ਤੇ ਫਿਰ ਆਪ ਵੀ ਆਪਣੀ ਲੜਕੀਆਂ ਵਾਸਤੇ ਗਾਂ ਰਿਸ਼ਤੇ ਲੱਭਣ ਲੱਗ ਪਏ ਸਨ। ਪਰ ਪੁਰਾਣੇ ਸਮੇਂ ਇਹ ਰੀਤੀ ਹੋਇਆ ਕਰਦੀ ਸੀ, ਉਹ ਪੰਡਿਤ ਲੋਕ ਨੂੰ ਭੇਜਿਆ ਕਰਦੇ ਸਨ। ਸੋ ਕਹਿੰਦੇ ਭਾਈ ਆਕਲ ਜੀ ਨੇ ਵੀ ਇੱਕ ਪੰਡਿਤ ਨੂੰ ਸੱਦਿਆ ਤੇ ਉਹਨੂੰ ਆਪਣੇ ਬਾਰੇ ਦੱਸ ਕੇ ਤੇ ਕਹਿਣਾ ਕੀਤਾ ਕਿ ਬਹੁਤ ਸੋਹਣਾ ਸਾਡੇ ਵਰਗਾ ਹੀ ਥਾਂ ਦੇਖ ਕਰਕੇ ਸਾਡੇ ਘਰ ਵਰਗਾ ਹੀ ਤੇ ਉੱਥੇ ਸਾਡੀ ਲੜਕੀ ਦੀ ਸਗਾਈ ਕਰ ਦਿਓ। ਉਸ ਸਮੇਂ ਬਹੁਤ ਥਾਂ ਤੇ ਉਹ ਪੰਡਿਤ ਫਿਰਿਆ ਹੈ, ਪਰ ਲੜਕੀ ਦੇ ਕੋਈ ਹਾਣ ਪ੍ਰਾਣ ਦਾ ਰਿਸ਼ਤਾ ਨਾ ਮਿਲਿਆ, ਨਾ ਪਰਿਵਾਰ ਦਾ ਵੀ ਜਿਹੜਾ ਕੋਈ ਹਾਣੀ ਹੋਵੇ ਉਦਾਂ ਦਾ ਪਰਿਵਾਰ ਵੀ ਕੋਈ ਨਾ ਮਿਲਿਆ। ਇੱਦਾਂ ਕਹਿੰਦੇ ਲੱਭਦਾ ਲੱਭਦਾ ਫਿਰ ਇਹ ਮੋਗੇ ਜੀ ਪੈ ਜਾਂਦਾ ਤੁਕਲਾਣੀ ਪਿੰਡ। ਉਸ ਪਿੰਡ ਵਿੱਚ ਆ ਗਿਆ ਜਿਸ ਨੂੰ ਅੱਜ ਕੱਲ੍ਹ ਸੰਗਤ ਜੀ ਭਾਈ ਰੂਪਾ ਕਰਕੇ ਨਾਮ ਹੈ ਪਿੰਡ ਦਾ, ਭਾਈ ਰੂਪਾ ਜੀ ਕਰਕੇ। ਉਹ ਪੁਰਾਣੇ ਸਮੇਂ ਪਹਿਲਾਂ ਨਾਂ ਉਹਦਾ ਤੁਕਲਾਣੀ ਸੀ। ਸੋ ਕਹਿੰਦੇ ਉਸ ਪਿੰਡ ਵਿੱਚ ਆਇਆ ਤੁਕਲਾਣੀ ਵਿੱਚ ਤੇ ਪੁੱਛਦਿਆਂ ਪਛਾਉਂਦਿਆਂ ਵੀ ਉਹ ਲੜਕੀ ਹੈ ਜਿਹੜੀ ਉਹ ਤਰਖਾਣ ਹੈ ਘਰੋਂ, ਤੇ ਇੱਦਾਂ ਕੋਈ ਭਾਈ ਤਰਖਾਣਾਂ ਦਾ ਕੋਈ ਘਰ ਹੋਵੇ ਇੱਦਾਂ ਲੋਕਾਂ ਨੇ ਦੱਸਿਆ। ਤੇ ਜਿਹੜਾ ਕੋਈ ਤਰਖਾਣ ਪਰਿਵਾਰ ਸੀ ਉਹਨਾਂ ਘਰ ਦੇ ਵਿੱਚ ਚਲਿਆ ਗਿਆ। ਚੰਗੀ ਤਰ੍ਹਾਂ ਦੇਖ ਲਿਆ ਕਿ ਇਹਨਾਂ ਦੀ ਬਰਾਬਰੀ ਬਣਦੀ ਹੈ। ਤਦੋਂ ਉਹਨਾਂ ਦੇ ਘਰ ਵਿੱਚ ਜਾ ਕੇ ਜਦੋਂ ਉਹਨਾਂ ਦੇ ਲੜਕੇ ਦਾ ਨਾਤਾ ਕਰਨਾ ਚਾਹਿਆ, ਉਹ ਸਾਦਾ ਨਾਮ ਸੀ ਕਹਿੰਦੇ ਉਹਨਾਂ ਦਾ, ਤੇ ਖੱਤਰੀ ਉਹ ਪਾਵਤਰ ਖਾਨ ਸਨ। ਔਰ ਜਾਣਿਆ ਕਿ ਸਾਡੇ ਲੜਕੇ ਨੂੰ ਰਿਸ਼ਤਾ ਕਰਨ ਵਾਸਤੇ ਪੰਡਿਤ ਆਇਆ ਹੈ, ਉਹਦਾ ਬੜਾ ਸਤਿਕਾਰ ਕੀਤਾ ਸਭ ਤਰ੍ਹਾਂ ਕਰਕੇ। ਬੜੀ ਸੇਵਾ ਕੀਤੀ ਤੇ ਰਾਤ ਉੱਥੇ ਹੀ ਉਹਨੂੰ ਵਸਾਉਣਾ ਕੀਤਾ ਤੇ ਫਿਰ ਗੱਲਬਾਤ ਕੀਤੀ।
ਪੰਡਤ ਤਪਹਿ ਬੁਝਾਏ। ਤਦੋਂ ਕਹਿੰਦੇ ਜਿਹੜਾ ਪੰਡਤ ਸੀ ਉਹਨੇ ਬਹੁਤ ਸੋਹਣਾ ਜਿਹਾ ਸਮਾਂ ਜਿਹਾ ਸੋਧ ਕੇ ਦੱਸਿਆ। ਕੋ ਸੁਤ ਸਾਧੂ ਬੈਠਾਏ। ਉਹਦਾ ਪੁੱਤਰ ਸੀ ਬਾਬਾ ਸਾਦੇ ਦਾ ਭਾਈ ਸਾਧੂ, ਤੇ ਉਹਨੂੰ ਬਿਠਾਉਣਾ ਕੀਤਾ। ਆੜ ਤਿਲਕ ਪੁਲ ਰੀਤ ਕਰਾਈ। ਉਹਦੇ ਮੱਥੇ ਤੇ ਕਹਿੰਦੇ ਪੰਡਤ ਨੇ ਟਿੱਕਾ ਜਿਹਾ ਕੱਢਿਆ, ਤੇ ਜਿਹੜੀ ਪਰਿਵਾਰ ਦੀ ਕੋਈ ਰੀਤੀ ਸੀ ਉਹ ਕੀਤੀ ਕਰਾਈ ਹੈ। ਆਕਲ ਕੋ ਆਨ ਸੁਨਾਈ। ਫਿਰ ਵਾਪਸ ਵੱਡੇ ਘਰ ਪਿੰਡ ਵਿੱਚ ਆ ਕੇ ਤੇ ਭਾਈ ਆਕਲ ਜੀ ਨੂੰ ਸੁਣਾਇਆ ਤੁਕਲਾਣੀ ਮਹਿ ਸੁਭਧਾਮ। ਕਿ ਭਾਈ ਆਕਲ ਜੀ, ਆ ਨੇੜੇ ਇੱਕ ਤੁਕਲਾਣੀ ਪਿੰਡ ਹੈ, ਉੱਥੇ ਇੱਕ ਬੜਾ ਸੋਹਣਾ ਘਰ ਹੈ। ਜਾਤ ਮਹਿ ਸਾਦਾ ਨਾਮ। ਆ ਤੁਹਾਡੀ ਜਾਤੀ ਵਰਗੀ ਉਹਨਾਂ ਦੇ ਵੀ ਤਰਖਾਣੀ ਜਾਤ ਹੈ, ਤੇ ਉਹਨਾਂ ਦਾ ਸਾਦਾ ਨਾਮ ਹੈ। ਕੋ ਸੁਤ ਸਾਧੂ ਪੈ ਬਾਲਾ। ਉਹਦੇ ਘਰ ਦੇ ਵਿੱਚ ਪੁੱਤਰ ਹੈ ਜਿਹਦਾ ਨਾਮ ਭਾਈ ਸਾਧੂ ਹੈ, ਤੇ ਅਜੇ ਉਹਦੀ ਬੱਚਿਆਂ ਵਾਲੀ ਉਮਰ ਹੈ। ਇਹਦੇ ਹਾਣ ਦੀ ਉਮਰ ਹੈ ਤੁਹਾਡੀ ਲੜਕੀ ਦੇ। ਸੰਬੰਧ ਬਹੁਤ ਥਲ ਭਾਲਾ। ਮੈਂ ਬਹੁਤ ਸਾਰੇ ਥਾਂ ਖੋਜੇ ਹੈ, ਤੇ ਉਹ ਮੈਨੂੰ ਚੰਗਾ ਲੱਗਾ, ਤੇ ਉੱਥੇ ਮੈਂ ਤੁਹਾਡੀ ਲੜਕੀ ਦਾ ਸੰਬੰਧ ਕਰ ਆਇਆ ਹਾਂ। ਆਕਲ ਨੇ ਬੂਝਨ ਕਰਿਓ। ਸੁਣ ਕੇ ਤੇ ਫਿਰ ਭਾਈ ਆਕਲ ਜੀ ਨੇ ਜਿਹੜੀ ਅਸਲੀ ਗੱਲ ਸੀ ਉਹ ਫਿਰ ਪੁੱਛਣਾ ਕੀਤੀ, ਜਿਹੜੀ ਅੱਜ ਕੱਲ੍ਹ ਸੰਗਤ ਜੀ ਆਪਾਂ ਨਹੀਂ ਪੁੱਛਦੇ ਹਾਂ। ਕੋ ਸਿੱਖ ਕੇ ਨਹੀਂ ਨਿਹਰਿਓ। ਇਹ ਗੱਲ ਸੀ ਕਿ ਮੈਂ ਆਪਣੀ ਲੜਕੀ ਦਾ ਨਾਤਾ ਕਰਨਾ, ਉਹ ਅੱਗੇ ਪਰਿਵਾਰ ਗੁਰੂ ਕਾ ਸਿੱਖ ਹੈ ਕਿ ਨਹੀਂ ਹੈ। ਉਹ ਪੁੱਛਿਆ ਕਿ ਦੱਸ ਮੈਨੂੰ ਚੰਗੀ ਤਰ੍ਹਾਂ, ਜਿੱਥੇ ਨਾਤਾ ਕਰ ਆਇਆ ਸਾਡੀ ਲੜਕੀ ਦਾ, ਇਹ ਤੂੰ ਦੇਖਿਆ ਕਿ ਉਹ ਸਿੱਖਾਂ ਦਾ ਪਰਿਵਾਰ ਸੀ ਜਾਂ ਕੋਈ ਹੋਰ ਸਨ। ਪਰ ਕਰੇ ਮੈਂ ਨਹੀਂ ਵਿਚਾਰਾ। ਪੰਡਤ ਕਹਿਣ ਲੱਗਾ ਜੀ ਇਹ ਤਾਂ ਮੈਂ ਨਹੀਂ ਗੱਲ ਵਿਚਾਰਨਾ ਕੀਤੀ। ਕੋ ਏਕ ਨਿਕੇਤ ਨਿਹਾਰਾ। ਬਸ ਮੈਂ ਤੇ ਉਸ ਪਿੰਡ ਵਿੱਚ ਇੱਕ ਬੜਾ ਸੋਹਣਾ ਜਿਹਾ ਘਰ-ਬਾਰ ਦੇਖਿਆ ਹੈ। ਪਛਤਾਇਓ ਬਸ ਚਲਿਓ ਨਾ ਫੇਰ। ਹੁਣ ਬਾਬਾ ਅਕਲ ਜੀ ਸੰਗਤ ਜੀ ਫਿਰ ਮਨ ਵਿੱਚ ਪਛਤਾਤਾਪ ਕਰਦੇ ਐ। ਹੁਣ ਜ਼ੁਬਾਨ ਹੋ ਚੁੱਕੀ ਹੈ ਤੇ ਕੋਈ ਵਸ ਚੱਲਦਾ ਨਹੀਂ। ਇਤਕ ਬਰਕ ਪੁਨ ਹੇਰ। ਇਹਦਾ ਕਹਿੰਦੇ ਫਿਰ ਕੁਝ ਕੁ ਸਾਲ ਜਦੋਂ ਬਤੀਤ ਹੋ ਗਏ, ਦੇਖੇ ਕੋ ਰਹਿਓ ਆਧਾਰਤ ਸਦਾ। ਦੇਖੋ ਕਿੰਨਾ ਪ੍ਰੇਮ ਹੈ। ਸਦਾ ਹੀ ਬਾਬਾ ਆਕਲ ਜੀ ਆਪਣੇ ਮਨ ਦੇ ਵਿੱਚ ਸ੍ਰੀ ਗੁਰੂ ਸਾਹਿਬ ਨੂੰ ਚੇਤੇ ਕਰਦੇ ਰਹਿੰਦੇ ਹਨ। ਸੰਬੰਧੀ ਸਿੱਖ ਜਦ ਕਦਾ। ਕੀ ਅਰਦਾਸ ਕਰਦੇ ਆ ਕਿ ਮਹਾਰਾਜ ਹੁਣ ਮੇਰੀ ਲੜਕੀ ਦਾ ਨਾਤਾ ਤਾਂ ਹੋ ਹੀ ਗਿਆ, ਹੁਣ ਪਤਾ ਨਹੀਂ ਉਹ ਕੌਣ ਹੈ ਅੱਗੋਂ, ਪਰ ਆਪ ਕਿਰਪਾ ਕਰੋ ਕਿ ਜਿੱਥੇ ਮੇਰੀ ਲੜਕੀ ਦਾ ਨਾਤਾ ਹੋਇਆ ਹੈ ਉਹਨਾਂ ਦੇ ਘਰ ਵਿੱਚ ਵੀ ਸਿੱਖੀ ਬਖਸ਼ੋ, ਉਹ ਵੀ ਸਿੱਖ ਹੋਣ ਆਪ ਜੀ ਦੇ। ਆਕੁਲ ਚਿੰਤਾ ਬਸ ਹੋਵਾ। ਏਦਾਂ ਸੰਗਤ ਜੀ ਬਾਬਾ ਆਕੁਲ ਜੀ ਆਪਣੇ ਮਨ ਵਿੱਚ ਕੋ ਚਿੰਤਾ ਦੇ ਸਹਿਤ ਹੁੰਦੇ ਹਨ। ਸੋ ਵਿਆਹ ਕਰਨ ਕੋ ਜੋਵਾ। ਸੋ ਜਦੋਂ ਏਦਾਂ ਉਮਰ ਥੋੜੀ ਜਵਾਨ ਹੋਈ ਹੈ ਤੇ ਵਿਆਹ ਦਾ ਜਦੋਂ ਸਮਾਂ ਦੇਖ ਲਿਆ ਹੋਣ ਦਾ, ਕਰ ਪਾਤੀ ਦਈ ਪਠਾਏ। ਏਦਾਂ ਚਿੱਠੀ ਲਿਖ ਕਰਕੇ ਤੇ ਫਿਰ ਉਹ ਤੁਕਲਾਣੀ ਪਿੰਡ ਵਿੱਚ ਭੇਜ ਦਿੱਤੀ। ਸਾਦੇ ਆਨੰਦ ਉਪਜਾਏ। ਉਧਰ ਬਾਬਾ ਸਾਦਾ ਜੀ ਜਿਹੜੇ ਐ ਉਹਨਾਂ ਨੇ ਚਿੱਠੀ ਦੇਖ ਕੇ ਮਨ ਵਿੱਚ ਬੜਾ ਆਨੰਦ ਪ੍ਰਗਟ ਕੀਤਾ। ਸਰਵਰ ਕੋ ਨਿਤ ਸੋਈ। ਉਹ ਕੌਣ ਸੀ? ਉਹ ਸੰਗਤ ਜੀ ਸਖੀ ਸਰਵਰੀਏ ਸੀ, ਆ ਲਾਲਾਂ ਵਾਲਾ ਜਿਹਨੂੰ ਕਹਿੰਦੇ ਐ, ਇਹਨਾਂ ਦੇ ਚੇਲੇ ਸਨ। ਕਾਮ ਕਰਿਓ ਰਤ ਹੋਈ। ਘਰ ਦੇ ਵਿੱਚ ਇੱਕ ਉਹਨਾਂ ਨੇ ਪੀਰਖਾਨਾ ਜਿਹਾ ਬਣਾਇਆ ਹੋਇਆ ਸੀ ਸਮਾਧ ਜੀ, ਤੇ ਉਹਦੀ ਉਹੀ ਸੇਵਾ ਪੂਜਾ ਕਰਿਆ ਕਰਦੇ ਸਨ। ਸੁਤ ਕੋ ਮਾਥ ਟਿਕਾਵਾ। ਆਪਣੇ ਸਾਧੂ ਜਿਹੜਾ ਪੁੱਤਰ ਸੀ ਉਹਨੂੰ ਲੈ ਕਰਕੇ ਉਹ ਸਮਾਧ ਜੀ ਤੇ ਮੱਥੇ ਟਿਕਾਇਆ ਕਰਦਾ। ਰੋਏ ਸਭ ਰੀਤ ਮਨਾਵਾ। ਇਹਦਾ ਕਰਿਓ ਰੋਟ, ਕਹਿੰਦੇ ਉਹ ਰੋਟ ਜੇ ਬਣਾ ਕਰਕੇ, ਜਿਵੇਂ ਉਹਦੇ ਹੁੰਦੇ ਸੀ ਇੱਕ ਭਰਾਈ ਜਿਹਾ ਆਉਂਦਾ, ਇੱਕ ਰੋਟ ਜਿਹਾ ਬਣਾਇਆ ਜਾਂਦਾ ਸੀ ਭਾਰੀ ਜਿਹਾ, ਉਹਦੇ ਵਿੱਚ ਗੁੜ ਜਿਹਾ ਪਾ ਕਰਕੇ ਆਟੇ ਵਿੱਚ ਗੁੰਨ ਕੇ ਘਿਓ 'ਚ ਉਹ ਰੋਟ ਜਿਹਾ ਬਣਾ ਕੇ ਫਿਰ ਇੱਕ ਭਰਾਈ ਆਉਂਦਾ ਤੇ ਉਹ ਚਾਂਗਰਾਂ ਜੀਆਂ ਮਾਰਿਆ ਕਰਦਾ ਹੈ। ਸੋ ਇਸ ਤਰੀਕੇ ਦੇ ਨਾਲ ਫਿਰ ਉਹ ਰੋਟ ਜਿਹਾ ਵੰਡਿਆ ਕਰਦੇ ਹੈ। ਸੋ ਇੱਦਾਂ ਕਹਿੰਦੇ ਉਹ ਰੋਟ ਜੇ ਬਣਾ ਕਰਕੇ ਸਾਰੀ ਰੀਤਾਂ ਦੇ ਨਾਲ ਉਹ ਲਾਲਾਂ ਵਾਲੇ ਨੂੰ ਮਨਾਉਂਦੇ ਨੇ। ਇੱਦਾਂ ਜਦੋਂ ਸਮਾਂ ਜਿਹੜਾ ਦਿਨ ਦਿੱਤਾ ਸੀ ਵਿਆਹ ਦਾ, ਉਹ ਸਮੇਂ ਵਿੱਚ ਵੱਡੇ ਪਿੰਡ ਵਿੱਚ ਵਿਆਹੁਣ ਵਾਸਤੇ ਆ ਗਏ। ਆ ਜਾ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਢਕਾਓ ਕੀਤਾ। ਉਸ ਸਮੇਂ ਕਹਿੰਦੇ ਭਾਈ ਆਕਲ ਜੀ ਤੇ ਇੱਧਰ ਬਾਬਾ ਸਾਦੇ ਦੀ ਮਿਲਣੀ ਹੋਈ ਹੈ, ਮਿਲਣੀ ਕੀਤੀ ਦੋਨਾਂ ਨੇ। ਹਾਂ ਜਥਾ ਜੋ ਕਹਿੰਦੇ ਜਿਵੇਂ ਮਿਲਣੀ ਵਿੱਚ ਕੁਝ ਪਦਾਰਥ ਦਿੰਦੇ ਲੈਂਦੇ ਉਹ ਦੇ ਦੂ ਕਰਕੇ ਤੇ ਬੜੀ ਵਡਿਆਈ ਲਈ। ਤਦੋਂ ਉੱਥੇ ਕਹਿੰਦੇ ਜਿਹੜਾ ਇਹਨਾਂ ਦਾ ਸਪੁੱਤਰ ਹੈ ਬਾਬਾ ਸਾਧੂ, ਉਹਨਾਂ ਦੇ ਨਾਲ ਬਾਬਾ ਆਕਲ ਦੀ ਜਿਹੜੀ ਪੁੱਤਰੀ ਉਹਦੇ ਫੇਰੇ ਹੋਏ।
ਜਥਾ ਜੋ ਕਹਿੰਦੇ ਜਿਹੋ ਜੀ ਕੁਝ ਰੀਤੀ ਸੀ ਉਹ ਚੰਗੇ ਸੋਹਣੇ ਤਰੀਕੇ ਦੇ ਨਾਲ ਕੀਤੀ ਹੈ। ਖਾਣ ਪਾਣ ਦੇ ਕਰ ਸਨਮਾਨੇ। ਬਾਬਾ ਅਕਲ ਜੀ ਦੀ ਹੁਣ ਪੁੱਤਰੀ ਦਾ ਵਿਆਹ ਹੈ, ਸਾਰਾ ਕੁਝ ਖਾਣ ਪੀਣ ਵਾਲਾ ਜੋ ਪਦਾਰਥ ਹੈ ਦਿੱਤਾ ਹੈ ਤੇ ਬੜਾ ਸਨਮਾਨ ਕੀਤਾ। ਦਿਵਸ ਰਾਖੇ ਸੁਖ ਠਾਨੇ। ਏਦਾਂ ਬਰਾਤ ਨੂੰ 3 ਦਿਨਾਂ ਵਾਸਤੇ ਉੱਥੇ 3 ਦਿਨ ਉੱਥੇ ਰਹੀ ਬਰਾਤ, ਬੜਾ ਸੁੱਖ ਕੀਤਾ ਹੈ। ਆਕੁਲ ਨੇ ਭਲੇ ਨਿਸ਼ਾਨੇ। ਫਿਰ ਬਾਬਾ ਆਕਲ ਜੀ ਜਿਹੜੇ ਸੀ ਉਹਨੇ ਚੰਗੀ ਤਰੀਕੇ ਦੇ ਨਾਲ ਪਛਾਣ ਲਏ ਇਹੋ ਸਰਵਰ ਕੀ ਸੇਵਾ ਠਾਨੇ। ਇਹ ਸਿੱਖ ਤਾਂ ਹੈ ਨਹੀਂ, ਇਹ ਤਾਂ ਜਿਹੜਾ ਸਖੀ ਸਰਵਰੀਆ ਲਾਲਾਂ ਵਾਲਾ ਜਿਹੜਾ ਹੁੰਦਾ ਉਹਦੇ ਸੇਵਕ ਲੱਗਦੇ ਐ। ਲੋਕ ਜਾਤ ਕੇ ਪਿੱਖ ਸਮੁਦਾਏ। ਇਹ ਤਾਂ ਕਹਿੰਦੇ ਮੈਂ ਆਪਣੀ ਹੁਣ ਲੋਕ ਜਾਤੀ ਦੇਖ ਕਰਕੇ ਵੀ ਬਹੁਤ ਸਾਰੇ ਲੋਕ ਵਿਆਹ ਵਿੱਚ ਆਏ ਹੋਏ ਆ, ਜ਼ੁਬਾਨ ਦਿੱਤੀ ਹੋਈ ਹੈ, ਇਹ ਸਾਰਾ ਕੁਝ ਦੇਖ ਕਰਕੇ ਮੈਂ ਬੋਲਿਓ ਮਨ ਬਹੁ ਪਛਤਾਏ। ਹੁਣ ਭਾਈ ਆਕਲ ਜੀ ਬੋਲੇ ਨਹੀਂ ਹਨ ਤੇ ਮਨ ਵਿੱਚ ਬਹੁਤ ਪਛਤਾ ਰਹੇ ਹੈ ਕਿ ਇਹ ਮੈਂ ਬਹੁਤ ਗਲਤ ਕਰ ਬੈਠਾ ਹਾਂ। ਆਪਣੀ ਲੜਕੀ ਸੀ, ਸਾਰੀ ਉਮਰ ਤਾਂ ਉਹਨੂੰ ਮੈਂ ਗੁਰਮਤਿ ਪੜ੍ਹਾਉਂਦਾ ਰਿਹਾ, ਇਹ ਸੁਖਮਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਪਾਠ ਕਰਿਆ ਕਰਨਾ ਹੈ, ਪਰ ਆਹ ਕੀ ਗੱਲ ਬਣ ਗਈ। ਕਹਿੰਦੇ ਸਾਰੀ ਉਮਰ ਉਹਨੂੰ ਮੈਂ ਗੁਰਮਤਿ ਦੀ ਗੁੜਤੀ ਦਿੱਤੀ ਹੈ ਤੇ ਹੁਣ ਮੈਂ ਵੱਡੀ ਹੋਈ ਤੇ ਵਿਆਹ ਮੈਂ ਇਹਨਾਂ ਦੇ ਕਰ ਦਿੱਤੀ, ਲਾਲਾਂ ਵਾਲਿਆਂ ਦੇ ਘਰ ਵਿੱਚ, ਉੱਥੇ ਵਿਚਾਰੀ ਦੀ ਕਿਵੇਂ ਸਿੱਖੀ ਰਹੀ। ਇੱਦਾਂ ਕਹਿੰਦੇ ਭਾਈ ਆਕਲ ਜੀ ਆਪਣੇ ਮਨ ਵਿੱਚ ਬੜਾ ਪਛਤਾ ਰਹੇ ਹਨ। ਸੋ ਸਕਲ ਕਦਾਈ। ਤਦੋਂ ਫਿਰ ਕਹਿੰਦੇ ਹੋਰ ਤਾਂ ਗੱਲ ਹੋਈ ਨਾ, ਆਪਣੀ ਜਿਹੜੀ ਧੀ ਸੀ ਸੂਰਤੀ ਨਾਮ ਕਰਕੇ ਆਉਂਦਾ ਉਹਨਾਂ ਦਾ, ਉਹਨੂੰ ਬੁਲਾ ਕੇ ਤੇ ਬਾਬਾ ਆਕਲ ਜੀ ਨੇ ਫਿਰ ਕਿਹਾ ਸੁਣਾਇਆ। ਸਸੁਰਾਲ ਅਹਿ ਸੁਲਤਾਨੀ। ਕਹਿਣ ਲੱਗੇ ਪੁੱਤਰੀ ਜਿਹੜਾ ਤੇਰਾ ਸਹੁਰਾ ਪਰਿਵਾਰ ਹੈ ਉਹ ਤਾਂ ਸੁਲਤਾਨ ਦੇ ਪੁਜਾਰੀ ਹਨ। ਮਨ ਹੋ ਕਹੇ ਕਦਾਈ। ਆਓ ਜੇ ਤੈਨੂੰ ਉਹਨਾਂ ਨੇ ਕਿਹਾ ਕਿ ਜਾ ਕੇ ਤੂੰ ਉਹ ਲਾਲਾਂ ਵਾਲੇ ਨੂੰ ਮੱਥਾ ਟੇਕ, ਉਹਦੇ ਰੋਟ ਪਾਰ, ਉਹਦੀਆਂ ਸੀਰਨੀਆਂ ਜਾਂਦੇ, ਇਹ ਗੱਲ ਨਾ ਤੂੰ ਕਿਤੇ ਮੰਨੀ, ਬਾਕੀ ਸਾਰੀ ਆਪਣੇ ਪਰਿਵਾਰ ਦੀ ਤੂੰ ਜਿਹੜੀ ਗੱਲ ਮੰਨਣੀ ਹੈ, ਪਰ ਇਹ ਨਹੀਂ ਗੁਰਮਤ ਵੀ ਪੂਰੀ ਰੱਖਣੀ ਹੈ, ਗੁਰਮਤ ਧੋਣੀ ਵੰਝਿਆ ਹੋਣਾ। ਕੋ ਮਨ ਹੋ ਮਨ ਲਾਈ। ਬਸ ਤੂੰ ਮਨ ਲਾ ਕਰਕੇ ਤੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਦਾ ਹੀ ਸੇਵਦੇ ਰਹਿਣਾ। ਬਹੁ ਆਕੁਲ ਤਨਿਆ। ਇੱਦਾਂ ਜਦੋਂ ਆਪਣੇ ਪਿਤਾ ਤੋਂ ਸੁਣਿਆ ਹੈ ਕਿ ਮੇਰੇ ਸਹੁਰੇ ਪਰਿਵਾਰ ਵਾਲੇ ਜਿਹੜੇ ਹੈ ਉਹ ਤਾਂ ਸਾਰੇ ਸਖੀ ਸਰਵਰੀਏ ਨੇ, ਲਾਲਾਂ ਵਾਲੇ ਨੂੰ ਮੰਨਦੇ ਹੈ, ਸੁਣ ਕੇ ਤੇ ਮਨ ਵਿੱਚ ਉਹ ਵੀ ਬੜੀ ਪਛਤਾਤਾਪ ਕਰਦੀ ਹੈ, ਸੂਰਤ ਸਿਰ ਕੋ ਧਨਿਆ। ਆਪਣੇ ਮਨ ਵਿੱਚ ਝੂਰਦੀ ਹੈ ਤੇ ਸਿਰ ਨੂੰ ਭਟਕਾਉਂਦੀ ਹੈ। ਕੱਲੇ ਸਹਿਓ ਦੁਖ ਉਰਮੈ। ਹੁਣ ਵਸ ਕੋਈ ਚੱਲਦਾ ਨਹੀਂ ਹੈ ਤੇ ਇਦਾਂ ਸਾਰਾ ਕਹਿੰਦੇ ਦੁੱਖ ਆਪਣੇ ਮਨ ਵਿੱਚ ਹੀ ਉਹਨਾਂ ਨੇ ਸਹਾਰਿਆ। ਸਿੱਖ ਸੁਤਾ ਸਰਵਰੀ ਘਰ ਮੈਂ। ਉਹ ਇਸ ਤਰੀਕੇ ਦੇ ਨਾਲ ਵੀ ਮੈਂ ਹੈ ਤਾਂ ਸਿੱਖ ਦੀ ਪੁੱਤਰੀ ਹਾਂ ਤੇ ਹੁਣ ਸਰਵਰੀਆਂ ਦੇ ਘਰ ਵਿੱਚ ਜਾਵਾਂਗੀ। ਵਿਸਰਜਨ ਰੁਦਤ ਵਿਸਾਲਾ। ਇੱਦਾਂ ਕਹਿੰਦੇ ਹੁਣ ਪਿਤਾ ਨੇ ਫਿਰ ਆਪਣੀ ਧੀ ਡੋਲੀ ਵਿੱਚ ਬਿਠਾ ਕੇ ਤੋਰ ਦਿੱਤੀ ਹੈ ਤੇ ਹੁਣ ਮਨ ਵਿੱਚ ਆ ਪਿਤਾ ਵੀ ਰੋ ਰਿਹਾ ਹੈ ਤੇ ਧੀ ਨੇ ਵੀ ਬੜਾ ਰੋਣਾ ਕੀਤਾ। ਸਨੁਖਾ ਲੈ ਤਬ ਚਾਲਾ। ਉਹ ਕਹਿੰਦੇ ਜਿਹੜਾ ਬਾਬਾ ਸਾਦਾ ਹੈ ਉਹ ਆਪਣੀ ਸਨੁਖਾ ਨੂੰਹ ਅਤੇ ਪੁੱਤਰ ਨੂੰ ਲੈ ਕਰਕੇ ਆਪਣੇ ਪਿੰਡ ਤੁਕਲਾਣੀ ਵੱਲ ਨੂੰ ਚੱਲ ਪਿਆ। ਤੇ ਇਧਰ ਜਿਹੜੀ ਆਪਾਂ ਪਹਿਲਾਂ ਸਾਖੀ ਸੁਣ ਰਹੇ ਸਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੌਲੀ ਪਿੰਡ ਨੇ, ਇਹ ਮਹਾਰਾਜ ਜੀ ਪਹਿਲਾਂ ਹੀ ਇੱਥੇ ਡਰੌਲੀ ਪਿੰਡ ਆਏ ਹੋਏ ਸਨ। ਹਾਂ ਦੇਸ਼ ਵਿਦਤਾਏ ਮਹਾਰਾਜ ਜੀ ਨੇ ਇੱਥੇ ਉਤਾਰਾ ਕੀਤਾ ਸੀ ਤੇ ਇਹ ਗੱਲ ਸਾਰੇ ਪਾਸੇ ਫੈਲ ਚੁੱਕੀ ਸੀ, ਪ੍ਰਗਟ ਹੋ ਗਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਹੋਏ ਹਨ। ਤਦੋਂ ਕਹਿੰਦੇ ਕਿ ਜਿਹੜਾ ਵੱਡੇ ਘਰ ਤੋਂ ਤੁਕਲਾਣੀ ਨੂੰ ਰਸਤਾ ਜਾਂਦਾ ਸੀ ਉਹਦੇ ਰਸਤੇ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਤੇ ਦੀਵਾਨ ਲਾਇਆ ਸੀ ਡਰੌਲੀ ਪਿੰਡ ਤੋਂ ਬਾਹਰ ਤੇ ਉੱਥੇ ਮਹਾਰਾਜ ਜੀ ਬੈਠੇ ਹੋਏ ਸਨ। ਬਹੁਤ ਸਾਰਾ ਕਹਿੰਦੇ ਉਸ ਸਮੇਂ ਭਜਨ ਕੀਰਤਨ ਹੋ ਰਿਹਾ ਸੀ। ਉਹ ਵੱਡੇ ਘਰ ਪਿੰਡ ਤੋਂ ਜਦੋਂ ਇਹ ਬਰਾਤ ਚੱਲੀ ਹੈ, ਉਹ ਵੱਡੇ ਬਾਪ ਬੜੇ ਸਵੇਰੇ ਤੜਕੇ ਚੱਲ ਪਈ ਕਿਉਂਕਿ ਗਰਮੀਆਂ ਦੇ ਦਿਨ ਸੀ ਉਸ ਸਮੇਂ ਤੇ ਜਾਣਦੇ ਸਨ ਕਿ ਦਿਨੇ ਜਾਵਾਂਗੇ ਤਾਂ ਬਹੁਤ ਸਾਰੀ ਗਰਮੀ ਹੋ ਜਾਏਗੀ, ਇਸ ਕਰਕੇ ਇਸ ਵਕਤ ਹੀ ਨਿਕਲਿਆ ਜਾਵੇ। ਆਏ ਜਾਂ ਤੇ ਰੈਣ ਕਹਿੰਦੇ ਵੱਡੀ ਰੈਣ ਰਾਤ ਤੋਂ ਹੀ ਫਿਰ ਉਹਨਾਂ ਨੇ ਤੁਰਨਾ ਕੀਤਾ, ਭਾਵ ਅੰਮ੍ਰਿਤ ਵੇਲੇ ਨਾਲ ਹੀ ਉੱਥੋਂ ਤੁਰ ਪਏ। ਆ ਕਹਿੰਦੇ ਕਿ ਜਦੋਂ ਤੁਰੇ ਨੇ ਤੁਰਦਿਆਂ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਲਾਇਆ ਹੋਇਆ ਸੀ ਉੱਥੇ ਕਹਿੰਦੇ ਆ ਪਹੁੰਚੇ। ਜਿਹੜੇ ਬਾਬਾ ਸਾਦਾ ਸੀ ਉਹ ਬਰਾਤ ਦੇ ਸਮੇਤ ਹੀ ਅੱਗੇ ਉਹ ਅੱਗੇ ਜਾ ਰਹੇ ਨੇ ਤੇ ਜਿਹੜਾ ਸਾਧੂ ਉਹਨਾਂ ਦਾ ਸੁਪੁੱਤਰ ਹੈ ਉਹ ਡੋਲੀ ਦੇ ਸਮੇਤ ਪਿੱਛੇ ਆ ਰਿਹਾ ਹੈ।
ਇੱਧਰ ਕਹਿੰਦੇ ਉਸ ਸਮੇਂ ਜਿਹੜੇ ਰਾਗੀ ਨੇ ਗੁਰੂ ਸਾਹਿਬ ਜੀ ਦੇ ਪਾਸ ਆਸਾ ਦੀ ਵਾਰ ਦਾ ਕੀਰਤਨ ਗਾ ਰਹੇ ਹਨ। ਭਗਤ ਆਦਰ ਬਾਪ ਪਜਾਵੇ ਹਾਂ, ਉਹ ਕਹਿੰਦੇ ਉਸ ਸਮੇਂ ਬਾਜੇ ਵੱਜ ਰਹੇ ਆ ਤੇ ਰਬਾਬੀ ਰਬਾਬਾਂ ਨੂੰ ਵਜਾ ਰਹੇ ਹਨ। ਆਕਲ ਕੀ ਦਹਿਤਾ ਸੰਕਾਨ ਦੋਹਤਾ ਕਹਿੰਦੇ ਕਿ ਜਦੋਂ ਭਾਈ ਆਕਲ ਦੀ ਪੁੱਤਰੀ ਡੋਲੀ 'ਚ ਬੈਠੀ ਹੋਈ ਜਾ ਰਹੀ ਹੈ ਤਾਂ ਇਹਨੇ ਆਪਣੇ ਕੰਨਾਂ ਦੇ ਨਾਲ ਜਦੋਂ ਕੀਰਤਨ ਦੀ ਆਵਾਜ਼ ਸੁਣੀ, ਸ੍ਰੀ ਗੁਰ ਡੇਰਾ ਅਹਿ ਪਛਾਣ ਆਪਣੇ ਮਨ ਵਿੱਚ ਪਛਾਣਿਆ ਕਿ ਗੁਰੂ ਸਾਹਿਬ ਜੀ ਤਾਂ ਇੱਥੇ ਆਏ ਹੋਏ ਨੇ ਤੇ ਲੱਗਦਾ ਕਿ ਇੱਥੇ ਨੇੜੇ ਕਿਤੇ ਗੁਰੂ ਸਾਹਿਬ ਨੇ ਡੇਰਾ ਕੀਤਾ ਹੈ। ਕੇ ਸੰਗ ਗਈ ਬਹੁ ਬਾਰੀ ਉਹ ਕਿਉਂਕਿ ਬੀਬੀ ਸੂਰਤੀ ਜੀ ਆਪਣੇ ਪਿਤਾ ਭਾਈ ਆਕਲ ਦੇ ਨਾਲ ਬਹੁਤ ਵਾਰੀ ਅੰਮ੍ਰਿਤਸਰ ਗਈ ਹੋਈ ਸੀ ਪਹਿਲਾਂ। ਦਰਸ਼ਨ ਦੇਖਿਓ ਤੋ ਅਕਾਰੀ ਹਾਂ, ਪਹਿਲਾਂ ਕਈ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਉਸ ਪੁੱਤਰੀ ਨੇ ਦੇਖੇ ਹੋਏ ਸੀ। ਇਹ ਉਪਾਏ ਸਮੀਪ ਗਗਨ ਕੋ ਇਦਾਂ ਕਹਿੰਦੇ ਕਿ ਹੁਣ ਆਪਣੇ ਮਨ ਦੇ ਵਿੱਚ ਯਤਨ ਪੈਦਾ ਕਰਦੇ ਐ ਕਿ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਗੁਰੂ ਸਾਹਿਬ ਜੀ ਦੇ ਨੇੜੇ ਜਾਵਾਂ। ਕਯੋ ਕਹਾਰਨ ਸੰਗ ਬਚਨ ਕੋ ਤਦੋਂ ਜਿਹੜੇ ਕਹਾਰ ਸੀ ਜਿਨ੍ਹਾਂ ਡੋਲੀ ਚੱਕੀ ਹੋਈ ਸੀ ਉਹਨਾਂ ਦੇ ਨਾਲ ਫਿਰ ਭਾਈ ਆਕਲ ਦੀ ਪੁੱਤਰੀ ਨੇ ਬਚਨ ਕੀਤਾ। ਤੁਮ ਜਾਣਤ ਹੋ ਸਗਰੀ ਬਾਤ ਉਹ ਕਹਿਣ ਲੱਗੀ ਕਿ ਭਾਈ ਤੁਸੀਂ ਤਾਂ ਇਹ ਸਾਰੀ ਗੱਲ ਜਾਣਦੇ ਹੀ ਹੋ ਗੁਰ ਕੋ ਸਿੱਖ ਸਦ ਬਖਿਆਤ ਤੇ ਸਾਨੂੰ ਤੁਸੀਂ ਜਾਣਦੇ ਹੋ ਕਿ ਮੈਂ ਤਾਂ ਗੁਰੂ ਸਾਹਿਬ ਜੀ ਦੀ ਸਿੱਖਣੀ ਹਾਂ, ਭਾਵ ਸਾਡਾ ਸਾਰਾ ਪਰਿਵਾਰ ਗੁਰੂ ਦੀ ਮੱਤ ਨੂੰ ਧਾਰਨ ਵਾਲਾ ਗੁਰਸਿੱਖੀ ਵਿੱਚ ਪ੍ਰਪੱਕ ਹੈ। ਡੇਰਾ ਟਿਕ ਹੈ ਗੁਰ ਤੇਰਾ ਤੇ ਇੱਥੇ ਨੇੜੇ ਦੀ ਕੀਰਤਨ ਦੀ ਆਵਾਜ਼ ਆ ਰਹੀ ਹੈ ਤੇ ਮੇਰੇ ਗੁਰੂ ਸਾਹਿਬ ਨੇ ਇੱਥੇ ਨੇੜੇ ਡੇਰਾ ਕੀਤਾ ਹੋਇਆ ਹੈ। ਚਲਤ ਚਾਹਾਂ ਮੈਂ ਦਰਸ਼ਨ ਹੇਰਾ ਬਸ ਮੈਂ ਜਾਂਦਿਆਂ ਆਪਣੇ ਗੁਰੂ ਸਾਹਿਬ ਜੀ ਦਾ ਦਰਸ਼ਨ ਦੇਖਣਾ ਚਾਹੁੰਦੀ ਹਾਂ। ਕੇ ਦਰਬ ਕਹਾਰ ਨਦੀਨ ਇਦਾਂ ਕਹਿ ਕੇ ਉਹ ਤਾਂ ਮੰਨੇ ਨਾ ਪਹਿਲਾਂ ਤੇ ਫਿਰ ਬੀਬੀ ਨੇ ਕੀ ਕੀਤਾ ਕਿ ਕੁਝ ਜਿਹੜਾ ਧਨ ਸੀ ਜਾਂ ਗਹਿਣੇ ਗੱਟੇ ਸੀ ਕੋਲੇ ਉਹ ਲਾਲਚ ਜਿਹਾ ਉਹਨਾਂ ਕਹਾਰਾਂ ਨੂੰ ਦਿੱਤਾ। ਲੋਭ ਤਪ ਚਲੇ ਕੋ ਕੀ ਉਹ ਲਾਲਚ ਦੇ ਵਿੱਚ ਲੱਗ ਕਰਕੇ ਤੇ ਕਹਿੰਦੇ ਫਿਰ ਜਿੱਧਰ ਨੂੰ ਬੀਬੀ ਨੇ ਕਿਹਾ ਤੇ ਉਧਰ ਨੂੰ ਚੱਲ ਪਏ। ਟਿਕਾਏ ਉਤਰ ਕਰ ਡੋਰੀ ਉਸ ਸਮੇਂ ਕਹਿੰਦੇ ਜਿੱਥੇ ਡੇਰਾ ਸੀ ਮਹਾਰਾਜ ਨੇ ਕੀਤਾ ਹੋਇਆ ਉਹਦੇ ਨੇੜੇ ਜਾ ਕੇ ਡੋਲੀ ਟਿਕਾ ਦਿੱਤੀ। ਸ੍ਰੀ ਹਰਿ ਗੋਬਿੰਦ ਓਰੀ ਤੇ ਬੀਬੀ ਜਿਹੜੀ ਸੰਗਤ ਜੀ ਵਿਆਹ ਵਾਲਾ ਲਿਬਾਸ ਪਹਿਨਿਆ ਹੋਇਆ ਸੀ ਤੇ ਉਸੇ ਸਮੇਂ ਹੀ ਛੇਤੀ ਨਾਲ ਡੋਲੀ ਤੋਂ ਉਤਰੀ ਹੈ, ਆਪਣੇ ਚਰਨ ਧੋਤੇ ਹੈ ਜਲ ਦੇ ਨਾਲ ਦੇ ਜਿੱਥੇ ਮਹਾਰਾਜ ਜੀ ਬੈਠੇ ਹੋਏ ਉਧਰ ਨੂੰ ਚੱਲ ਪਈ। ਆਕੁਰ ਸੁਤਾ ਆਨੰਦ ਮਨ ਧਾਰਿਓ ਹਾਂ, ਬੀਬੀ ਆਕਲ ਦੀ ਪੁੱਤਰੀ ਜਿਹੜੀ ਹੈ ਉਹਨੇ ਆਪਣੇ ਮਨ ਵਿੱਚ ਬਹੁਤ ਆਨੰਦ ਧਾਰਨ ਕੀਤਾ। ਸਤਿਗੁਰ ਦਰਸ਼ਨ ਨਿਹਾਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਤਖਤ ਤੇ ਬੈਠੇ ਹੋਏ ਨੇ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਸਭਾ ਵਿਸਾਲ ਲੱਗੀ ਚਹੁ ਫੇਰੇ ਮਹਾਰਾਜ ਜੀ ਦੇ ਚਾਰੇ ਪਾਸੇ ਬਹੁਤ ਭਾਰੀ ਸਭਾ ਲੱਗੀ ਹੋਈ ਹੈ। ਹਰ ਨਾਰੀ ਸੁਨ ਸ਼ਬਦ ਕਨੇਰੇ ਕੀ ਇਸਤਰੀਆਂ ਕੀ ਪੁਰਸ਼ ਸਾਰੇ ਗੁਰੂ ਦੀ ਬਾਣੀ ਦੇ ਸ਼ਬਦ ਬੜੇ ਆਨੰਦ ਤੇ ਪ੍ਰੇਮ ਨਾਲ ਸੁਣ ਰਹੇ ਹਨ। ਕਰ ਜੋਰ ਬੰਦਨਾ ਕੀਨ ਉਸ ਸਮੇਂ ਬੀਬੀ ਨੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਸ਼ਬਦ ਲਿਖਿਆ ਚਿਤ ਦੀਨ ਉਸ ਸਮੇਂ ਕਹਿੰਦੇ ਮੱਥਾ ਟੇਕ ਕੇ ਤੇ ਮਹਾਰਾਜ ਜੀ ਦੀ ਉੱਥੇ ਹੀ ਹਜ਼ੂਰੀ ਵਿੱਚ ਬੈਠ ਗਈ ਹੈ। ਆਪਣੇ ਚਿੱਤ ਨੂੰ ਜਿਹੜਾ ਗੁਰਬਾਣੀ ਦਾ ਸ਼ਬਦ ਚੱਲ ਰਿਹਾ ਹੈ ਉਹ ਸ਼ਬਦ ਦੇ ਵਿੱਚ ਦੇ ਦਿੱਤਾ, ਭਾਵ ਚਿੱਤ ਸ਼ਬਦ ਵਿੱਚ ਜੋੜ ਲਿਆ। ਵਾਰ ਮਹਿ ਆਸਾ ਵਾਰ ਕਿੰਨੇ ਕੁ ਸਮੇਂ ਦੇ ਵਿੱਚ ਸ੍ਰੀ ਆਸਾ ਦੀ ਵਾਰ ਜੀ ਦੇ ਪਾਇਓ ਭੋਗ ਆਨੰਦ ਕੋ ਧਾਰ ਕਹਿੰਦੇ ਭੋਗ ਪਾਏ ਹੈ, ਆਨੰਦ ਬੜਾ ਧਾਰਨ ਕੀਤਾ ਹੈ। ਸਤਿਗੁਰ ਤਿਸ ਹੋਰ ਨਿਹਾਰੇ ਤਦੋਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੇਤਰ ਖੋਲੇ ਤੇ ਭਾਈ ਆਕਲ ਜੀ ਦੀ ਪੁੱਤਰੀ ਵੱਲ ਦੇਖਿਆ। ਬੇਸ ਵਿਆਹ ਕੋ ਧਾਰੇ ਕੀ ਦੇਖਦੇ ਹੈ ਕਿ ਭਾਈ ਆਕਲ ਦੀ ਸੁਪੁੱਤਰੀ ਨੇ ਵਿਆਹ ਵਾਲਾ ਸਾਰਾ ਲਿਬਾਸ ਜਿਹਾ ਧਾਰਨ ਕੀਤਾ ਹੋਇਆ ਹੈ। ਰਾਤ ਤਿਤ ਤੇ ਜਲ ਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛੇ ਹੀ ਲਿਆ ਕਿ ਧੀਏ ਬੜੀ ਸਵੇਰੇ ਸਵੇਰੇ ਤੂੰ ਕਿੱਧਰੋਂ ਚੱਲ ਕੇ ਆ ਗਈਆਂ, ਵਿਆਹ ਵਾਲੇ ਕੱਪੜੇ ਪਹਿਨੇ ਹੋਏ ਨੇ, ਕਾਰਜ ਅਰ ਕਹਾਂ ਸੁਧਾਈ ਕੀ ਤੈਨੂੰ ਸਵੇਰੇ ਸਵੇਰੇ ਕੰਮ ਪੈ ਗਿਆ ਤੇ ਕਿੱਧਰ ਨੂੰ ਤੂੰ ਕੱਲੀ ਜਾ ਰਹੀ ਹੈ। ਆਕੁਰ ਸੁਤਾ ਕਹਿਓ ਤਿਸ ਬੇਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਭਾਈ ਆਕਲ ਜੀ ਦੀ ਪੁੱਤਰੀ ਨੇ ਉਸ ਸਮੇਂ ਕਿਹਾ, ਇਹ ਵੱਡੇ ਕਰ ਨਹਿਰ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਨੇੜੇ ਜਿਹੜਾ ਵੱਡਾ ਘਰ ਪਿੰਡ ਹੈ ਇੱਥੇ ਮੇਰੇ ਹੁਣ ਪੇਕੇ ਹਨ ਵਰਗੇ ਸੇਵਕ ਸਸੁਰਾਰੇ ਤੇ ਜਿੱਥੇ ਮਹਾਰਾਜ ਮੈਂ ਵਿਆਹੀ ਗਈ ਆ ਮੇਰੇ ਸਹੁਰੇ ਆ ਜਿਹੜੇ ਉਹ ਤਾਂ ਸਾਰੇ ਹੀ ਆ ਲਾਲਾਂ ਵਾਲੇ ਦੇ ਚੇਲੇ ਐ। ਚਿੰਤਾ ਚਿਤ ਭਈ ਉਦਾਰੇ ਸੱਚੇ ਪਾਤਸ਼ਾਹ ਜੀ ਬਸ ਇਹੀ ਮੇਰੇ ਮਨ ਵਿੱਚ ਬੜੀ ਭਾਰੀ ਚਿੰਤਾ ਹੁਣ ਹੋ ਗਈ ਐ। ਮੈਂ ਦਰਸ਼ਨ ਕਰਹੁ ਗੁਰ ਕਾ ਮਹਾਰਾਜ ਹੁਣ ਤਾਂ ਮੈਂ ਗੁਰੂ ਸਾਹਿਬ ਜੀ ਦਾ ਆਪ ਜੀ ਦਾ ਦਰਸ਼ਨ ਕਰਦੀ ਹਾਂ। ਪੂਰਨ ਹੋਏ ਮਨੋਰਥ ਗੁਰ ਕਾ
ਆ ਮੇਰੇ ਹੁਣ ਮਨ ਦਾ ਜਿਹੜਾ ਫੁਰਨਾ ਹੈ ਇਹ ਪੂਰਾ ਹੋ ਜਾਵੇ। ਮੈਂ ਪਰ ਬਸ ਪਰੋਂ ਦੁਖਾਰੀ। ਫੇਰ ਤਾਂ ਸੱਚੇ ਪਾਤਸ਼ਾਹ ਮੈਂ ਹੁਣ ਦੁਖਾਰੀ ਵਿਚਾਰੀ ਨੇ ਪਰਾਇਆਂ ਦੇ ਵਸ ਪੈ ਹੀ ਜਾਣਾ। ਮੇਰੋਂ ਬਸ ਚਲੇ ਵਿਚਾਰੀ। ਮੈਂ ਹੁਣ ਕੀ ਕਰ ਸਕਦੀ ਸੱਚੇ ਪਾਤਸ਼ਾਹ, ਨਾ ਹੀ ਮੇਰਾ ਕੋਈ ਵਸ ਚੱਲਣਾ ਹੈ। ਜਾਂਦੇ ਮੈਂ ਚੱਲ ਕਰ ਅਬ ਆਈ। ਮੈਂ ਆਪ ਜੀ ਦੇ ਮਹਾਰਾਜ ਕੀਰਤਨ ਦੀ ਆਵਾਜ਼ ਸੁਣੀ ਹੈ, ਮਨ ਵਿੱਚ ਇਹ ਚਾਅ ਜਾਗਿਆ, ਇਹ ਆਸਾ ਧਾਰ ਕੇ ਤੁਹਾਡੇ ਪਾਸ ਚੱਲ ਕੇ ਆ ਗਈ ਹਾਂ। ਸੁਣਿਓ ਸ਼ਬਦ ਤੁਮ ਦਰਸ਼ਨ ਪਾਈ। ਆਪ ਜੀ ਦੀ ਪਵਿੱਤਰ ਬਾਣੀ ਦੇ ਸ਼ਬਦ ਸੁਣੇ ਐ, ਸੁਣ ਕੇ ਤੁਹਾਡੇ ਦਰਸ਼ਨ ਪਾਏ ਹਨ। ਸੁਣ ਕੰਨਿਆ ਤੇ ਭਏ ਕਿਰਪਾਲ। ਸੁਣ ਕਰਕੇ ਉਸ ਲੜਕੀ ਦੇ ਪਾਸੋਂ ਮਹਾਰਾਜ ਜੀ ਬੜੇ ਕਿਰਪਾਲੂ ਹੋਏ। ਸ਼ਰਧਾ ਭਾਵ ਵਿਸਾਲ। ਮਹਾਰਾਜ ਜੀ ਨੇ ਦੇਖਿਆ ਕਿ ਇਸ ਪੁੱਤਰੀ ਦੇ ਅੰਦਰ ਬੜੀ ਸ਼ਰਧਾ ਤੇ ਬਹੁਤਾ ਹੀ ਗੁਰਸਿੱਖੀ ਦੇ ਨਾਲ ਪ੍ਰੇਮ ਹੈ। ਮੁਖ ਤੇ ਅੰਮ੍ਰਿਤ ਸਮ ਕਹਿਓ। ਤਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਅੰਮ੍ਰਿਤ ਦੇ ਸਮਾਨ ਬਚਨ ਕਹੇ। ਜੋ ਲੇਖ ਇਸੀ ਤਿਤ ਰਹਿਓ। ਆ ਕਹਿਣ ਲੱਗੇ ਧੀਏ, ਜਿਹੜਾ ਤੇਰੇ ਕੋਈ ਕਰਮਾਂ ਦਾ ਲੇਖ ਸੀ ਉਹ ਇਸੇ ਤਰੀਕੇ ਦੇ ਨਾਲ ਹੀ ਲਿਖਿਆ ਹੋਇਆ ਸੀ। ਆਈ ਸਤ ਸੰਗਤ ਸਰਨੇ। ਹਾਂ ਬਾਕੀ ਤੋਂ ਹੁਣ ਜਾ ਰਹੀ ਸਾਂ ਤੇ ਬੜਾ ਇੱਕ ਉਦਮ ਕਰਕੇ ਤੇ ਸਤਿਗੁਰਾਂ ਦੀ ਸੰਗਤ ਵਿੱਚ ਚੱਲ ਕੇ ਆ ਗਈ ਐ। ਲੇਖ ਅਬ ਜਿਉ ਸੁਭ ਕਰਨੇ। ਜਾ ਹੁਣ ਤੇਰਾ ਕਹਿੰਦੇ ਅਸੀਂ ਆਪ ਜਿੱਦਾਂ ਦੀ ਸ਼ੁਭ ਕਰਨੀ ਹੋਵੇਗੀ ਉਦਾਂ ਦਾ ਲੇਖ ਲਿਖ ਦਿਆਂਗੇ। ਦੋਹਰਾ ਪਿਤਾ ਦਿਓ ਭਗਵਾਨ ਕੁਛ। ਉਸ ਸਮੇਂ ਸੰਗਤ ਜੀ ਤੁਰਨ ਲੱਗਿਆ ਜੋ ਘਰੋਂ ਪਿਤਾ ਆਕਲ ਨੇ ਕੁਝ ਪਕਵਾਨ ਦਿੱਤਾ ਸੀ ਗੁਰ ਅਗਰ ਚੜਾਏ। ਉਹ ਗੁਰੂ ਸਾਹਿਬ ਜੀ ਦੇ ਅੱਗੇ ਚੜਾ ਦਿੱਤਾ। ਧੰਨ ਗੁਰੂ ਸਭ ਸਖਤ ਧਾਰ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸ਼ਕਤੀਆਂ ਧਾਰਨ ਕਰਕੇ ਬੇਨਤੀ ਕਰਦੀ ਹੈ, ਇਹ ਮੋਹਿ ਬਚਾਏ। ਆਪ ਕਿਰਪਾ ਕਰੋ ਜਿਵੇਂ ਕਿਵੇਂ ਵੀ ਸੱਚੇ ਪਾਤਸ਼ਾਹ ਮੈਨੂੰ ਬਚਾ ਲਓ, ਮੇਰੀ ਸਿੱਖੀ ਸਾਬਤ ਰਹਿ ਜਾਵੇ। ਮੈਂ ਨਾ ਕਿਤੇ ਉਹ ਸਖੀ ਸਰਵਰੀਆਂ ਦੀ ਮੜੀ ਨੂੰ ਜਾ ਕੇ ਕਿਤੇ ਮੱਥਾ ਟੇਕਾਂ। ਹੋਈ ਸੁਨ ਪ੍ਰਸਾਨ ਗੁਰ ਬਾਤ ਬਖਾਨਾ। ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਐ ਤੇ ਮਹਾਰਾਜ ਜੀ ਨੇ ਫਿਰ ਉਹਦੀ ਗੁਰਸਿੱਖੀ ਵਿੱਚ ਦ੍ਰਿੜਤਾ ਦੇ ਕੇ ਬਚਨ ਕਿਹਾ। ਨਾਮ ਲੇਖ ਲਿਖਬੇ ਤੁ ਬਠਾਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਧੀਏ, ਜੇ ਤੇਰੇ ਅੰਦਰ ਗੁਰਸਿੱਖੀ ਦਾ ਇੰਨਾ ਪ੍ਰੇਮ ਹੈ ਤੇ ਜਾ ਫਿਰ ਅਸੀਂ ਤੇਰਾ ਨਵਾਂ ਹੀ ਲੇਖ ਲਿਖ ਦਿੰਦੇ ਹਾਂ। ਤੋਹੇ ਸਿੱਖ ਸੋ ਤੋ ਤਰਿਓ। ਤੇਰਾ ਪਿਤਾ ਸਿੱਖ ਹੈ ਉਹ ਤਾਂ ਤਰਿਆ ਹੀ ਤਰਿਆ ਜਾਣੋ। ਦਾਸ ਸੁਰਾਰ ਕਿਰਦਾਰਥ ਕਰਿਓ। ਜਾ ਹੁਣ ਅਸੀਂ ਤੇਰਾ ਸਹੁਰਾ ਪਰਿਵਾਰ ਜਿਹੜਾ ਹੈ ਉਹ ਵੀ ਸਫਲਾ ਕੀਤਾ। ਦਾਨ ਦੀਨ ਹਮ ਤੋਹੀ। ਮਹਾਰਾਜ ਜੀ ਇੰਨੇ ਖੁਸ਼ ਹੋਏ, ਕਹਿਣ ਲੱਗੇ ਪੁੱਤਰੀ ਤੈਨੂੰ ਅਸੀਂ ਆਪਣੇ ਘਰੋਂ ਸਿੱਖੀ ਦਾ ਦਾਨ ਦਿੰਦੇ ਹਾਂ। ਸਿੱਖ ਸੁਤ ਤੇਰੋ ਹੋਈ। ਤੇਰਾ ਜਿਹੜਾ ਗਾਂ ਪੁੱਤਰ ਹੋਵੇਗਾ ਉਹ ਸਾਡਾ ਬਹੁਤ ਹੀ ਵੱਡਾ ਗੁਰਸਿੱਖ ਹੋਵੇਗਾ। ਪਤੀ ਸਿੱਖ ਹੋਏ ਹੈ ਭਲੇ। ਤੇਰਾ ਪਤੀ ਵੀ ਕਹਿੰਦੇ ਬਹੁਤ ਵੱਡਾ ਸਾਡਾ ਗੁਰਸਿੱਖ ਬਣੇਗਾ। ਸਿੱਖੀ ਕੇ ਮਾਰਗ ਚਲੇ। ਤੇਰਾ ਸਾਰਾ ਪਰਿਵਾਰ ਹੀ ਇਸ ਤਰ੍ਹਾਂ ਗੁਰਸਿੱਖੀ ਦੇ ਰਸਤੇ ਹੁਣ ਅੱਗੇ ਚੱਲੇਗਾ। ਗੁਰਬਾਕ ਸੁਣਿਓ ਹਰ ਖਾਈ। ਏਦਾਂ ਜਦੋਂ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਬਚਨ ਕਹਿ ਦਿੱਤੇ ਨੇ ਤਾਂ ਸੁਣ ਕੇ ਬੀਬੀ ਜਿਹੜੀ ਸੀ ਬਹੁਤ ਖੁਸ਼ ਹੋਈ। ਗੁਰੂ ਰੇ ਹੱਥ ਬਚਾਈ। ਕਹਿਣ ਲੱਗੀ ਧੰਨੋ ਗੁਰੂ ਸੱਚੇ ਪਾਤਸ਼ਾਹ, ਤੁਸੀਂ ਤਾਂ ਅੱਜ ਆਪਣਾ ਹੱਥ ਦੇ ਕੇ ਮੈਨੂੰ ਨਿਮਾਣੀ ਨੂੰ ਬਚਾ ਲਿਆ। ਸਾਦੇ ਨੇ ਪਿੱਖ ਨਾ ਡੋਰੀ। ਜਦੋਂ ਬਾਬਾ ਸਾਦਾ ਸੀ ਜਿਹੜਾ ਉਹ ਲੜਕੀ ਦਾ ਸਹੁਰਾ ਲੱਗਦਾ ਹੈ, ਉਹਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਡੋਲੀ ਦੇਖੀ ਨਾ। ਏਕਲ ਸੁਤ ਆਇਓ ਨਿਜ ਓਰੀ। ਕੱਲਾ ਪੁੱਤਰ ਹੀ ਕਹਿੰਦੇ ਦੇਖਿਆ ਇੱਧਰ ਨੂੰ ਆਉਂਦਾ ਹੋਇਆ। ਆਓ ਸਾਧੂ ਡੋਰੀ ਕਤ ਸ਼ੋਰੀ। ਉਹਨੇ ਹੈਰਾਨੀ ਜੀ ਨਾਲ ਪੁੱਛਿਆ, ਉਹ ਸਾਧੂ ਪੁੱਤਰਾ ਡੋਲੀ ਕਿੱਥੇ ਛੱਡ ਆਇਆ ਤੂੰ? ਆਇਓ ਸੁਗਾਮਨੀ ਸਤਿਗੁਰ ਓਰੀ। ਉਹ ਕਹਿਣ ਲੱਗਾ ਪਿਤਾ ਜੀ ਉਹ ਤਾਂ ਜਿੱਦ ਕਰਕੇ ਤੇ ਇੱਥੇ ਗੁਰੂ ਜੀ ਆਏ ਹੋਏ ਆ, ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਾਸ ਚਲੀ ਗਈ ਹੈ। ਸੁਣ ਸੁਤ ਤੇ ਰਿਸ ਉਰ ਮਹਿਸ਼ਾਈ। ਸੁਣ ਕੇ ਪੁੱਤਰ ਦੇ ਪਾਸੋਂ ਸਾਧੂ ਜਿਹੜਾ ਸਾਦਾ ਹੈ ਉਹਨੇ ਆਪਣੇ ਮਨ ਵਿੱਚ ਬੜਾ ਗੁੱਸਾ ਭਰਿਆ। ਕਰਾਂ ਗੁਰ ਨਿਕਟ ਪਠਾਈ। ਕਹਿਣ ਲੱਗੇ ਕੀ ਕੀਤਾ, ਕਿਉਂ ਗੁਰੂ ਦੇ ਪਾਸ ਤੂੰ ਭੇਜੀ ਐ? ਗੋਪ ਸਰਵਰ ਸੁਲਤਾਨ। ਹਾਂ ਦੇਖ ਤੂੰ ਗੁਰੂ ਦੇ ਪਾਸ ਉਹਨੂੰ ਸਾਡੀ ਨੌਂ ਨੂੰ ਭੇਜ ਦਿੱਤਾ। ਇਹ ਸੁਣ ਕੇ ਤੇ ਜਿਹੜਾ ਸਾਡਾ ਪੀਰ ਹੈ ਸੁਲਤਾਨ ਹੈ ਬੜਾ ਗੁੱਸੇ ਹੋਵੇਗਾ। ਕੇ ਨਾਮ ਨਾ ਭੂਲ ਬਖਾਨ। ਤੂੰ ਹੀ ਤਾਂ ਭੁੱਲ ਕਰਕੇ ਵੀ ਗੁਰੂ ਦਾ ਨਾਮ ਨਹੀਂ ਆਪਣੇ ਮੂੰਹ ਤੋਂ ਕਹਿਣਾ। ਜਾਹੋ ਦੁਰਤ ਡੋਰੀ ਲੈ ਆਪ। ਜਾ ਛੇਤੀ ਜਾ ਤੇ ਉੱਥੋਂ ਹੀ ਛੇਤੀ ਦੇ ਨਾਲ ਡੋਲੀ ਵਾਪਸ ਲੈ ਕੇ ਆ। ਸਮੇਂ ਤਿਸ ਕਰ ਸਮਝਾਵੋ। ਹੌਲੀ ਹੌਲੀ ਕਰਕੇ ਉਹਨੂੰ ਅਸੀਂ ਸਾਰੀ ਆਪਣੀ ਜਿਹੜੀ ਪੀਰ ਦੀ ਮਰਜ਼ਾਦਾ ਹੈ ਸਮਝਾ ਦੇਵਾਂਗੇ, ਆਪਣੇ ਮੱਤ 'ਚ ਲੈ ਆਵਾਂਗੇ ਉਹਨੂੰ। ਪਿਤਾ ਤੇ ਗੁਰ ਟਿਕ ਗਇਓ। ਆਪਣੇ ਪਿਤਾ ਦੇ ਪਾਸੋਂ ਸੁਣ ਕੇ ਜਿਹੜਾ ਭਾਈ ਸਾਧੂ ਹੈ ਉਹ ਵੀ ਗੁਰੂ ਜੀ ਦੇ ਪਾਸ ਚਲਾ ਗਿਆ। ਆਗੇ ਭਾਗ ਬਿਲੋਕਤ ਭਇਓ।
ਮਹਾਰਾਜ ਜੀ ਕਵੀ ਜੀ ਕਹਿੰਦੇ ਇਹਦੇ ਵੀ ਬੜੇ ਚੰਗੇ ਭਾਗ ਜਾਗੇ ਐ। ਜਾ ਕੇ ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਕਰ ਗਇਓ ਹਟਾਵਨ ਜੋਏ। ਹਾਂ, ਆਪਣੇ ਮਨ ਵਿੱਚ ਤਾਂ ਬੜਾ ਗੁੱਸਾ ਕਰਕੇ ਗਿਆ ਸੀ ਜੇ ਮੈਂ ਉਹਨੂੰ ਹਟਾ ਦੇਵਾਂਗਾ ਉਥੋਂ। ਦਰਸ਼ਨ ਤੇ ਸੀਤਲ ਹੋ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਦੇਖਿਆ ਹੈ ਤੇ ਆਸੇ-ਪਾਸੇ 3000 ਦੀ ਗਿਣਤੀ ਵਿੱਚ 7-7 ਫੁੱਟੇ ਸੂਰਬੀਰ ਯੋਧੇ ਦੇਖੇ ਐ ਤਾਂ ਫੇਰ ਕਿੱਥੇ ਗੁੱਸਾ ਰਹਿਣਾ ਸੀ। ਦਰਸ਼ਨ ਕਰਦੇ ਕਹਿੰਦੇ ਗੁੱਸਾ ਹੀ ਉੱਥੇ ਸਾਰਾ ਖਤਮ ਹੋ ਗਿਆ। ਰਿਹਾ ਨਾ ਗਿਆ। ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖ ਕਰਕੇ ਇਹਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਹੁਣ ਮਹਾਰਾਜ ਜੀ ਦੇ ਨੇੜੇ ਬੈਠਿਆ ਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਸਹਿਤ ਹੋ ਕੇ ਅੱਗੋਂ ਕਿਹਾ। ਕਹਿ ਮਹਾਰਾਜ ਜੀ ਕਹਿਣ ਲੱਗੇ, ਉਹ ਭਾਈ ਸਾਧੂ ਜਿਹੜਾ ਤੇਰਾ ਸਹੁਰਾ ਹੈ ਉਹ ਤਾਂ ਗੁਰੂ ਦਾ ਚੰਗਾ ਪੂਰਾ ਗੁਰਸਿੱਖ ਹੈ। ਉਹਦੀ ਸਪੁੱਤਰੀ ਆ ਜਿਹੜੀ ਸਾਡੀ ਧੀ ਹੈ, ਇਹਦੇ ਨਾਲ ਤੇਰਾ ਸੰਬੰਧ ਜੋੜਿਆ ਹੈ। ਆ ਜਿਹੜਾ ਹੁਣ ਮਰਿਆ ਹੋਇਆ ਤੁਰਕ ਹੈ, ਕਹਿੰਦੇ ਉਹਦੀ ਮੜੀ ਜੀ ਘਰ ਵਿੱਚ ਬਣਾ ਕੇ ਤੁਸੀਂ ਉਹਨੂੰ ਸੇਵਦੇ ਹੋ ਸੁਲਤਾਨ ਨੂੰ, ਉਹਦੀ ਆ ਸੇਵਾ ਦੀ ਛੱਡੋ। ਇਸ ਕਰਕੇ ਹੁਣ ਤੁਸੀਂ ਜਿਹੜਾ ਸਭ ਤੋਂ ਵੱਡਾ ਹੈ ਗੁਰੂ ਨਾਨਕ ਦਾ ਘਰ, ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨੋ। ਹਾਂ, ਇਸ ਕਰਕੇ ਕਹਿੰਦੇ ਪਹਿਲਾਂ ਤੁਸੀਂ ਉਹਨੂੰ ਦਰੂਦ ਅੱਗੇ ਦਿੰਦੇ ਹੋ ਤੇ ਫਿਰ ਤੁਸੀਂ ਉਹ ਖਾਣਾ ਕਰਦੇ ਹੋ। ਉਹ ਕਹਿੰਦੇ ਜਿਹੜਾ ਤੁਰਕ ਹੈ ਤੁਹਾਡਾ ਬਣਾਇਆ ਹੋਇਆ ਪੀਰਖਾਨਾ ਜਿਹਾ, ਉਹਦੀ ਜੂਠ ਤੁਸੀਂ ਖਾ ਰਹੇ ਹੋ। ਤੁਹਾਨੂੰ ਤਾਂ ਬੜਾ ਸੋਹਣਾ ਆ ਸਰੀਰ ਦਿੱਤਾ ਹੋਇਆ ਰੱਬ ਨੇ। ਐਵੇਂ ਕਿਉਂ ਮਤ ਤੋਂ ਹੀਣਾ ਹੋ ਕਰਕੇ ਇਹਨੂੰ ਭੰਗ ਦੇ ਪਹਾੜੇ ਵਿਅਰਥ ਹੀ ਗਵਾਈ ਜਾਂਦਾ ਹੈ। ਇਹਦੇ ਆਦਿਕ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਜੀ ਨੇ ਬਚਨ ਉਸ ਨੂੰ ਬਾਬਾ ਸਾਧੂ ਨੂੰ ਸੁਣਾਏ, ਜਿਹੜਾ ਸਾਧੂ ਨੌਜਵਾਨ ਹੈ ਉਸ ਸਮੇਂ ਮਹਾਰਾਜ ਜੀ ਦੇ ਬਚਨ ਸੁਣ ਕੇ ਤੇ ਮਹਾਰਾਜ ਜੀ ਦੇ ਵੱਲ ਹੀ ਬਰਮਾਓ ਭਰਮ ਗਿਆ, ਮਹਾਰਾਜ ਵੱਲ ਹੀ ਹੋ ਗਿਆ। ਆਪਣੇ ਮਨ ਵਿੱਚ ਵੀ ਗੁਰੂ ਸਾਹਿਬ ਜੀ ਦਾ ਬਚਨ ਵਿਚਾਰਨਾ ਕੀਤਾ। ਇੱਕ ਪੱਖ ਕਹਿੰਦੇ ਜੇ ਦੇਖਿਆ ਜਾਵੇ ਤੇ ਮੈਂ ਹਿੰਦੂਆਂ ਦੇ ਘਰ ਵਿੱਚ ਜਨਮਿਆ ਹਾਂ ਤੇ ਮੈਂ ਕਿਉਂ ਉਸ ਮਰੇ ਹੋਏ ਤੁਰਕ ਨੂੰ ਪੂਜਾਂ। ਐਵੇਂ ਬੜਾ ਵੱਡਾ ਜਿਹਾ ਕਰੋਟ ਜਿਹਾ ਬਣਾ ਕਰਕੇ ਤੇ ਉਹਨੂੰ ਦਰੂਦ ਜਿਹਾ ਦਵਾਉਂਦੇ ਹਾਂ ਤੇ ਉਹਦੀ ਕਹਿੰਦੇ ਝੂਠ ਫਿਰ ਅਸੀਂ ਸਾਰਾ ਪਰਿਵਾਰ ਮੁੜ ਕੇ ਖਾਂਦੇ ਆ। ਏਦਾਂ ਕਹਿੰਦੇ ਬੜੀ ਭਾਰੀ ਉਹਨੇ ਇਸ ਗੱਲ ਦੇ ਉੱਤੇ ਤਰਕ ਜੀ ਵਿਚਾਰਨਾ ਕੀਤੀ। ਏਦਾਂ ਵਿਚਾਰ ਕੇ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਹੀ ਲਪਟ ਗਿਆ। ਕਹਿਣ ਲੱਗਾ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਹੋ ਤਾਂ ਮੈਨੂੰ ਵੀ ਹੁਣ ਆਪਣਾ ਸਿੱਖ ਹੀ ਬਣਾ ਲਓ। ਆ ਤੁਰਕਾਂ ਦੀ ਜਿਹੜੀ ਸੇਵਾ ਮੈਂ ਕਰਦਾ ਸਾਂ ਮਰਿਆਂ ਹੋਇਆਂ ਦੀ, ਉਹ ਤੋਂ ਮੈਨੂੰ ਹੁਣ ਹਟਾ ਲਓ, ਮੋੜ ਲੈਣਾ ਕਰੋ। ਆ ਗੁਣਾਂ ਦੀ ਖਾਨ ਗੁਰੂ ਸਾਹਿਬ ਜੀ ਨੇ ਜਦੋਂ ਭਾਈ ਸਾਧੂ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਵਧੀ ਹੋਈ ਜਾਣੀ, ਉਸ ਸਮੇਂ ਸੱਚੇ ਪਾਤਸ਼ਾਹ ਜੀ ਨੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰਾਂ ਨੇ ਆਪਣੇ ਚਰਨਾਂ ਦਾ ਅੰਮ੍ਰਿਤ ਦਿੱਤਾ ਅਤੇ ਸਤਿਨਾਮ ਵਾਹਿਗੁਰੂ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਹੋਵੇਗਾ ਉਹਦੇ ਵਿੱਚ ਬੜੀ ਪੱਕੀ ਗੁਰਸਿੱਖੀ ਹੋਵੇਗੀ। ਉਹ ਏਦਾਂ ਸੰਗਤ ਜੀ ਹੁਣ ਪਤੀ ਪਤਨੀ ਹੈ ਤੇ ਮਹਾਰਾਜ ਜੀ ਤੋਂ ਪੁੱਤਰ ਦਾ ਵਰ ਸੁਣ ਕਰਕੇ ਵੀ ਬਹੁਤ ਖੁਸ਼ ਹੋ ਗਏ ਕਿ ਲੈ ਗੁਰੂ ਜੀ ਕਹਿ ਰਹੇ ਤੁਹਾਡੇ ਘਰ ਵਿੱਚ ਪੁੱਤਰ ਆਵੇਗਾ, ਬੜਾ ਗੁਰਸਿੱਖ ਹੋਵੇਗਾ। ਸੁਣ ਕੇ ਦੋਨੇ ਜਾਣੇ ਬਹੁਤ ਖੁਸ਼ ਹੋਏ। ਇਸ ਤਰੀਕੇ ਨਾਲ ਸੰਗਤ ਜੀ ਦੋਨੇ ਜਾਣੇ ਫਿਰ ਗੁਰਸਿੱਖੀ ਨੂੰ ਧਾਰਨ ਕਰਕੇ ਤੇ ਫਿਰ ਵਾਪਸ ਆਏ ਹਨ। ਸੋ ਇਸ ਤਰੀਕੇ ਨਾਲ ਸਿੱਖੀ ਨੂੰ ਦ੍ਰਿੜ ਕਰਿਆ, ਪਰਪੱਕ ਕਰਕੇ ਤੇ ਫਿਰ ਵਾਪਸ ਆ ਗਏ ਹੈ। ਜਿੱਥੇ ਬਰਾਤ ਸੀ ਕਹਿੰਦੇ ਉਹਦੇ ਨਾਲ ਮਿਲ ਕੇ ਤੇ ਅੱਗੇ ਚੱਲ ਪਏ ਰਸਤੇ ਨੂੰ। ਹਾਂ, ਜਿਹੜਾ ਅੱਗੇ ਕਹਿੰਦੇ ਤੁਕਲਾਣੀ ਪਿੰਡ ਹੈ ਉਸ ਰਸਤੇ ਤੇ ਪੈ ਗਏ ਹਨ। ਜਦੋਂ ਘਰ ਵਿੱਚ ਗਏ ਸਮੂਹ ਘਰ ਦੀਆਂ ਜਿਹੜੀਆਂ ਇਸਤਰੀਆਂ ਸਨ ਉਹ ਖੁਸ਼ੀ ਦੇ ਗੀਤ ਗਾਉਂਦੀਆਂ ਹੋਈਆਂ ਮਿਲੀਆਂ ਹਨ। ਤਦੋਂ ਕਹਿੰਦੇ ਕਿ ਉਹ ਜਿਹੜੀਆਂ ਬੀਬੀਆਂ ਸੀ ਪਹਿਲਾਂ ਜਿੱਥੇ ਉਹ ਮੜੀ ਜੀ ਘਰ ਵਿੱਚ ਬਣਾਈ ਸੀ ਲਾਲਾਂ ਵਾਲੇ ਦੀ, ਉਹਦੇ ਪਾਸ ਲੈ ਗਈਆਂ।
ਉਹ ਕਹਿੰਦੇ ਜਿਹੜੇ ਦੁੱਲੋ ਤੇ ਦੁਲਹਨ ਭਾਵ ਲਾੜਾ ਲਾੜੀ ਹੈ ਉਹਨਾਂ ਨੇ ਉਹਦੇ ਵੱਲ ਦੇਖਿਆ ਵੀ ਨਹੀਂ। ਤਰਖਾਨ ਤਰਖਾਣੀ ਮਿਲੇ ਬਹੁਤ ਸਾਰੇ ਕਹਿੰਦੇ ਜਿਹੜੇ ਰਿਸ਼ਤੇ ਸੀ ਰਿਸ਼ਤੇਦਾਰ ਸੀ ਤਰਖਾਣ ਜਾਂ ਤਰਖਾਣੀਆਂ ਬਹੁਤ ਸਾਰੇ ਇਕੱਠੇ ਹੋ ਕੇ ਮਿਲੇ। ਕੀ ਸਿਰ ਟੇਕੋ ਇਸ ਥਲੇ ਕਹਿਣ ਲੱਗੇ ਕਿ ਆਹ ਜਿਹੜਾ ਥਾਂ ਹੈ ਮੜੀ ਬਣਾਈ ਹੋਈ ਹੈ ਇੱਥੇ ਮੱਥਾ ਟੇਕੋ ਤੁਸੀਂ ਦੋਨੇ ਜੀ। ਸਾਧੂ ਨੇ ਲਾਤ ਪ੍ਰਹਾਰੀ ਸੁਣ ਕੇ ਮੱਥਾ ਤਾਂ ਕਿੱਥੇ ਟੇਕਣਾ ਸੀ ਹੁਣ ਸੰਗਤ ਜੀ, ਜਿਹੜਾ ਸਾਧੂ ਸੀ ਉਹਨੇ ਲੱਤ ਖਿੱਚ ਕੇ ਮਾਰੀ ਹੈ ਪਹਿਲਾਂ ਤਾਂ ਉਹ ਮੜੀ ਤੇ। ਮੰਨਤਾ ਅਮੋਹ ਵਿਸਾਰੀ ਕਹਿਣ ਲੱਗੇ ਜੀ ਅੱਜ ਤੋਂ ਮੈਂ ਆ ਜਿਹੜਾ ਮਰਿਆ ਹੋਇਆ ਤੁਰਕ ਹੈ ਇਹਦੀ ਜਿਹੜੀ ਮਨਤਾ ਪੂਜਾ ਸੀ ਉਹ ਵਿਸਾਰ ਦਿੱਤੀ, ਛੱਡ ਦਿੱਤੀ ਹੈ। ਬਾਹੁਲ ਲੈ ਹਮ ਆਏ ਮੈਂ ਤਾਂ ਹੁਣ ਗੁਰੂ ਸਾਹਿਬ ਜੀ ਦੇ ਪਾਸੋਂ ਪੌ ਲੈ ਕੇ ਆਇਆ, ਸਿੱਖ ਬਣ ਕੇ ਆ ਗਿਆ ਹਾਂ। ਤਲ ਕੋ ਅਬ ਦਿਓ ਟਹਾਰੀ ਮੈਂ ਤਾਂ ਹੁਣ ਆ ਜਿਹੜਾ ਮੜੀ ਜੀ ਬਣਾਈ ਹੋਈ ਹੈ ਇਸ ਮੜੀ ਨੂੰ ਘਰੋਂ ਢਾਹ ਦੇਵਾਂਗਾ। ਮਿਲ ਕਹਿਓ ਮੂੜ ਕਰ ਮੌਨ ਉਸ ਸਮੇਂ ਸਾਰਿਆਂ ਨੇ ਮਿਲ ਕੇ ਕਿਉਂ ਮੂਰਖਾ ਚੁੱਪ ਕਰ ਜਾ, ਇਹੋ ਜੀ ਗੱਲ ਨਾ ਮੂੰਹ ਚੋਂ ਕੱਢੀ। ਸਿਖਰਾਈ ਤੋਹਿ ਕੌਣ ਇਹੋ ਜੀ ਗੱਲ ਤੈਨੂੰ ਕਿਹਨੇ ਸਿਖਾ ਦਿੱਤੀ ਹੈ? ਆਮਾ ਸਰਵਰ ਕੇ ਸੇਵਕ ਮਹਾ ਅਸੀਂ ਤਾਂ ਸਾਰੇ ਪਿੰਡ ਵਾਲੇ ਸਰਵਰ ਦੇ ਹੀ ਬੜੇ ਚੇਲੇ ਹਾਂ। ਕਲੰਕ ਤੈ ਬੈਠਿਓ ਕਹਾਂ ਇਹ ਤਾਂ ਕੋਲੋਂ ਕਲੰਕ ਲਾਉਣ ਵਾਲਾ ਬੋਲ ਤੂੰ ਕਿਵੇਂ ਬੋਲਿਆ? ਇਹ ਬਾਵਰਾ ਦੇਹ ਵਿਨਾਸ਼ ਉਹ ਕਹਿੰਦੇ ਉਹ ਝੱਲਾ ਹੋ ਗਿਆ ਤੂੰ, ਉਹ ਤਾਂ ਤੈਨੂੰ ਨਾਸ਼ ਕਰ ਦੇਵੇਗਾ। ਕਹੋ ਮੈਂ ਸਰਵਰ ਦਾਸ ਹੁਣ ਵੀ ਤੂੰ ਕਹਿ ਦੇ ਕਿ ਮੈਂ ਇਹ ਸਰਵਰ ਦਾ ਚੇਲਾ ਹਾਂ। ਯਾਦ ਕਹੋ ਕਹਿ ਕਹਿ ਹਾਰੇ ਇਹ ਤੇ ਆਦ ਕਹਿੰਦੇ ਬਹੁਤ ਸਾਰੀਆਂ ਗੱਲਾਂ ਕਹਿ ਕਹਿ ਕਰਕੇ ਪਰਿਵਾਰ ਵਾਲੇ ਥੱਕ ਹਾਰ ਗਏ। ਸਾਧੂ ਨੇ ਕਹਿ ਪੰਜ ਧਾਰੇ ਉਹ ਭਾਈ ਸਾਧੂ ਨੇ ਹੁਣ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਰਸ਼ਨ ਕੀਤੇ ਹੋਏ ਐ, ਉਹਨੇ ਕਿਸੇ ਤਰ੍ਹਾਂ ਵੀ ਬਚਨ ਨਹੀਂ ਧਾਰਨ ਕੀਤੇ। ਸਭ ਰਹੇ ਬਰਸ ਪਰ ਇਮ ਕਹਿ ਸਾਰੇ ਪਿੱਛੇ ਹਟ ਗਏ ਉਸ ਸਮੇਂ ਤੇ ਆਪਸ ਵਿੱਚ ਫਿਰ ਕਹਿੰਦੇ ਹਨ ਬਾਵਰਾ ਸਰਵਰ ਨੇ ਕਿ ਦੇਖੋ ਜੀ ਇਹਨੇ ਆ ਕੇ ਆ ਮੜੀ ਤੇ ਲੱਤ ਮਾਰੀ ਹੈ ਜਿਹਦੇ ਕਰਕੇ ਆ ਸਰਵਰ ਦੇ ਨੂੰ ਝੱਲਾ ਬਣਾ ਦਿੱਤਾ। ਸੁਬਤ ਜਪ ਨਿਸਾ ਮਝਾਰਾ ਇਹਦਾ ਕਹਿੰਦੇ ਜਦੋਂ ਰਾਤ ਪੈ ਗਈ ਸਾਰੇ ਪਰਿਵਾਰ ਵਾਲੇ ਸੌਂ ਗਏ। ਕਰ ਕਹੀ ਸੋ ਥਾਨ ਵਿਦਾਰਾ ਉਦੋਂ ਕਹਿੰਦੇ ਆਪਣੀ ਘਰ ਵਾਲੀ ਨੂੰ ਉਠਾਇਆ, ਕਹਿੰਦੇ ਭਾਗਵਾਨ ਨੇ ਆ ਪਹਿਲਾਂ ਘਰ ਦਾ ਕੰਮ ਨਿਬੇੜੀਏ, ਘਰ ਦੇ ਵਿੱਚੋਂ ਆ ਗੰਦ ਜਿਹਾ ਕੱਢੀਏ। ਲਿਆ ਕਰਕੇ ਕਹਿੰਦੇ ਕਹੀ ਲਈ ਤੇ ਉਹ ਜਿਹੜੀ ਮੜੀ ਜੀ ਸੀ ਸਾਰੀ ਢਾਹ ਦਿੱਤੀ ਹੈ। ਭਰ ਭਰ ਕੇ ਬਾਲਟੇ ਆਪਣੀ ਘਰ ਵਾਲੀ ਨੂੰ ਫੜਾਉਂਦਾ ਤੇ ਘਰ ਵਾਲੀ ਬਾਹਰ ਰੂੜੀ ਤੇ ਸੁੱਟੀ ਜਾ ਰਹੀ ਹੈ। ਮੈਂ ਉਠ ਸੋ ਸਕਲ ਬਣਾਵੇ ਕੀ ਦੇਖਿਆ ਸਵੇਰੇ ਜਦੋਂ ਪਰਿਵਾਰ ਵਾਲੇ ਉੱਠੇ ਐ ਮੜੀ ਢੱਠੀ ਪਈ ਹੈ, ਬੜੇ ਦੁਖੀ ਹੋਏ ਕਿ ਆ ਕੀ ਭਾਣਾ ਵਰਤ ਗਿਆ। ਤਦੋਂ ਛੇਤੀ ਦੇ ਨਾਲ ਕਹਿੰਦੇ ਪਰਿਵਾਰ ਨੇ ਮਿਲ ਕੇ ਦੁਬਾਰਾ ਬਣਾਈ। ਪਾਛੈ ਢਾਹੇ ਗਿਰਾਵੇ ਉਹ ਬਣਾਉਣ ਤੇ ਭਾਈ ਸਾਧੂ ਕਹਿੰਦੇ ਮੁੜ ਕੇ ਫਿਰ ਢਾਹ ਦੇਵੇ। ਪ੍ਰਕਾਰ ਕੁਛ ਸਮਾਂ ਬਿਤਾਇਓ ਇਸ ਪ੍ਰਕਾਰ ਕਹਿੰਦੇ ਕੁਝ ਸਮਾਂ ਇਹਨਾਂ ਨੇ ਬਤੀਤ ਕੀਤਾ ਹੈ। ਸਤਿਗੁਰ ਕੋ ਸਿਮਰਨ ਉਰ ਭਾਇਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਸਿਮਰਨ ਹੈ ਉਹ ਮਨ ਵਿੱਚ ਬਹੁਤ ਚੰਗਾ ਲੱਗਾ। ਧਿਆਨ ਕਰ ਤ੍ਰਿਯ ਸੋ ਮਿਲਾ ਏਦਾਂ ਗੁਰੂ ਦੇ ਧਿਆਨ ਕਰਕੇ ਸੰਗਤ ਜੀ ਪਰਿਵਾਰ ਵਿੱਚ ਇਕੱਠੇ ਹੋਏ ਹਨ, ਇਕੱਤਰ ਹੋਏ ਐ। ਧਰਮ ਕੀਨਸ ਤਬ ਭਲਾ ਤਦੋਂ ਕਹਿੰਦੇ ਕਿ ਉਸ ਸਮੇਂ ਜਿਹੜੀ ਬੀਬੀ ਸੂਰਤੀ ਹੈ ਇਹਨਾਂ ਨੇ ਬੜੇ ਸੋਹਣੇ ਕਹਿੰਦੇ ਗਰਭ ਨੂੰ ਧਾਰਨ ਕੀਤਾ ਹੈ। ਸੋ ਇਸ ਪ੍ਰਕਾਰ ਇਹ ਪ੍ਰਸੰਗ ਸੰਗਤ ਜੀ ਸਮਾਪਤ ਹੋਇਆ ਹੈ ਇੱਥੇ। ਹੁਣ ਅੱਗੇ ਜਿਵੇਂ ਫਿਰ ਇਹ ਦੋਨੇ ਪਤੀ ਪਤਨੀ ਆਪਣੇ ਸੁਪੁੱਤਰ ਨੂੰ ਲੈ ਕਰਕੇ ਜਦੋਂ ਘਰ ਵਿੱਚ ਬੱਚੇ ਦਾ ਜਨਮ ਹੋਣਾ ਮਹਾਰਾਜ ਜੀ ਦੇ ਪਾਸ ਆਉਣਗੇ ਡਰੌਲੀ ਪਿੰਡ ਵਿੱਚ, ਤੇ ਫਿਰ ਇੱਥੇ ਆ ਕੇ ਤੇ ਗੁਰੂ ਸਾਹਿਬ ਨੂੰ ਕਹਿਣਗੇ ਮਹਾਰਾਜ ਆਪ ਕਿਰਪਾ ਕਰਕੇ ਨਾਮ ਹੀ ਰੱਖੋ। ਤੇ ਉਸ ਵੇਲੇ ਫਿਰ ਸਤਿਗੁਰਾਂ ਨੇ ਜਿਵੇਂ ਕਹਿਣਾ ਕਿ ਭਾਈ ਇਹ ਤਾਂ ਚੰਦਰ ਵਰਗਾ ਚੰਦਰਮਾ ਵਰਗਾ ਇਹਦਾ ਰੂਪ ਹੈ ਤੇ ਇਹਦਾ ਨਾਂ ਕੀ ਰੱਖੀਏ। ਸਿੱਖਾਂ ਨੇ ਕਹਿਣਾ ਮਹਾਰਾਜ ਤੁਸੀਂ ਤਾਂ ਨਾਂ ਰੱਖ ਹੀ ਦਿੱਤਾ। ਮਹਾਰਾਜ ਨੇ ਕਹਿਣਾ ਕਿ ਹਾਂ ਸਿੱਖੋ ਨਾਂ ਤਾਂ ਰੱਖਿਆ ਗਿਆ ਇਹਦਾ। ਫਿਰ ਇਹਦਾ ਸੰਗਤ ਜੀ ਰੂਪ ਚੰਦ ਇਹ ਮਹਾਰਾਜ ਜੀ ਨੇ ਨਾਮ ਰੱਖਣਾ ਹੈ। ਸੋ ਹੁਣ ਅੱਗੇ ਪ੍ਰਸੰਗ ਆਵੇਗਾ। ਇੱਦਾਂ ਇਹ ਪ੍ਰਸੰਗ ਜਿਹਨੂੰ ਇੱਥੇ ਸਮਾਪਤੀ ਹੋਈ ਹੈ। ਇਹਦੇ ਵਿੱਚੋਂ ਸੰਗਤ ਜੀ ਸਾਨੂੰ ਬਹੁਤ ਸੋਹਣੀ ਗੁਰਮਤਿ ਦੀ ਸਿੱਖਿਆ ਮਿਲੀ ਹੈ। ਅੱਜ ਕੱਲ੍ਹ ਆਪਾਂ ਵੀ ਆਪਣੀਆਂ ਲੜਕੀਆਂ ਦੇ ਵਿਆਹ ਕਰਦੇ ਹਾਂ ਤੇ ਉਸ ਸਮੇਂ ਆ ਕੁਝ ਨਹੀਂ ਆਪਾਂ ਦੇਖਦੇ ਕਿ ਅੱਗੇ ਪਰਿਵਾਰ ਕੋ ਗੁਰਸਿੱਖੀ ਨਾਲ ਨਾਤਾ ਹੈ ਕਿ ਨਹੀਂ ਹੈਗਾ। ਕਿਸੇ ਤਰ੍ਹਾਂ ਕਰਕੇ ਕਈ ਵਾਰ ਆਪਣੀਆਂ ਬੱਚੀਆਂ ਨੂੰ ਅੰਮ੍ਰਿਤ ਨਹੀਂ ਛਕਾਉਂਦੇ। ਆਪਾਂ ਕੀ ਕਹਿੰਦੇ ਆ ਇਹੀ ਮਨ ਵਿੱਚ ਵਿਚਾਰ ਰੱਖਦੇ ਜੀ ਪਤਾ ਨਹੀਂ ਜੀ ਵੱਡੀ ਹੋ ਕੇ ਇਹਨੂੰ ਰਿਸ਼ਤਾ ਮਿਲੂਗਾ, ਅੰਮ੍ਰਿਤਧਾਰੀ ਮੁੰਡਾ ਕੋ ਮਿਲੂਗਾ ਕਿ ਨਹੀਂ ਮਿਲੂਗਾ। ਇਹਦਾ ਮਤਲਬ ਹੈ ਕਿ ਅਸੀਂ ਆਪ ਆਪਣੀ ਲੜਕੀ ਨੂੰ ਸੰਗਤ ਜੀ ਡੋਬਣਾ ਚਾਹੁੰਦੇ ਹਾਂ ਵੀ ਅੰਮ੍ਰਿਤਧਾਰੀ ਮੁੰਡਾ ਨਹੀਂ ਮਿਲਿਆ ਮਤਲਬ ਕੋਈ ਨਸ਼ੇ ਵਾਲਾ ਕੋਈ ਸ਼ਰਾਬੀ ਕਬਾਬੀ ਮੁੰਡਾ ਹੀ ਫਿਰ ਆਪਾਂ ਦੇਖਿਆ ਹੋਣਾ ਆਪਣੀ ਲੜਕੀ ਵਾਸਤੇ। ਸੋ ਇਸ ਕਰਕੇ ਆਪਾਂ ਜਾਣ ਬੁੱਝ ਕੇ ਫਿਰ ਆਪਣੀਆਂ ਧੀਆਂ ਨੂੰ ਕਿਸੇ ਸ਼ਰਾਬੀ ਕਬਾਬੀ ਨਾਲ ਵਿਆਹਣਾ ਚਾਹੁੰਦੇ ਹਾਂ। ਸੋ ਇਸ ਕਰਕੇ ਐਸੀ ਆਪਣੇ ਮਨ ਵਿੱਚ ਗੱਲ ਨਹੀਂ, ਇਹੋ ਜਿਹੇ ਇਤਿਹਾਸ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਇਸੇ ਮਾਲਵੇ ਦੀ ਧਰਤੀ 'ਤੇ ਇਹ ਸੰਗਤ ਜੀ ਇਤਿਹਾਸ ਵਾਪਰਿਆ ਹੈ। ਉਹ ਲੜਕੀ ਨੇ ਸਿੱਖੀ ਦੀ ਦ੍ਰਿੜਤਾ ਧਾਰੀ
ਤੇ ਸਾਰਾ ਪਰਿਵਾਰ ਹੀ ਅੱਗੋਂ ਦੇਖੋ ਸਿੱਖ ਬਣਾ ਲਿਆ। ਤੇ ਕੈਸੇ ਸਿੱਖ ਬਣਾਏ ਸੰਗਤ ਜੀ, ਹੁਣ ਅੱਗੇ ਅੱਗੇ ਉਹਨਾਂ ਦੀਆਂ ਸਾਖੀਆਂ ਆਉਣੀਆਂ ਨੇ ਬਾਬਾ ਰੂਪ ਚੰਦ ਜੀਆਂ ਦੀਆਂ ਵੀ। ਤੇ ਬੜੇ ਵਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਣੇ ਕੀਤੇ ਸੀ ਭਾਈ ਰੂਪ ਚੰਦ ਜੀ ਨੂੰ। ਅੱਜ ਵੀ ਉਹਨਾਂ ਦੇ ਪਿੰਡ ਵਿੱਚ ਆਪਾਂ ਜਾ ਕੇ ਦੇਖਦੇ ਹਾਂ ਭਾਈ ਰੂਪ ਚੰਦ ਜੀ ਦਾ, ਭਾਈ ਕਾ ਰੂਪਾ ਜਿਹੜਾ ਪਿੰਡ ਹੈ। ਸੋ ਇੱਦਾਂ ਇਤਿਹਾਸ ਤੋਂ ਸਿੱਖਿਆ ਲੈ ਕਰਕੇ ਆਪਾਂ ਆਪ ਗੁਰਮਤਿ ਵਿੱਚ ਪ੍ਰਪੱਕ ਹੋਣਾ। ਆਪਣੇ ਜਿਹੜੇ ਬੱਚੇ ਹੈ, ਚਾਹੇ ਲੜਕੀਆਂ ਹਨ ਚਾਹੇ ਲੜਕੇ ਹੈ, ਉਹਨਾਂ ਨੂੰ ਵੀ ਗੁਰਸਿੱਖੀ ਦੀ ਸੰਗਤ ਜੀ, ਗੁਰਸਿੱਖੀ ਵਿੱਚ ਪ੍ਰਪੱਕ ਕਰਨਾ ਹੈ, ਗੁਰਮਤਿ ਦੇ ਵਿੱਚ ਪ੍ਰਪੱਕ ਕਰਨਾ। ਆਉਣ ਵਾਲੇ ਸਮੇਂ ਤੱਕ ਜਾਂ ਇਸੇ ਤਰ੍ਹਾਂ ਸਿੱਖੀ ਜਿਹੜੀ ਚੱਲਦੀ ਰਹੇ ਸਾਡੇ ਪਰਿਵਾਰਾਂ ਦੇ ਵਿੱਚ, ਕਿਉਂਕਿ ਸਿੱਖੀ ਤੋਂ ਬਿਨਾਂ ਤਾਂ ਕਾਹਦਾ ਸੰਗਤ ਦੀ ਜੀਵਨ ਹੈ। ਜੋ ਮੜੀਆਂ ਮਸਾਣਾਂ ਵਾਲਾ ਸੀ ਕੰਮ, ਉਹ ਵੀ ਅੱਜ ਦੀ ਸਾਖੀ ਵਿੱਚੋਂ ਸਾਨੂੰ ਪਤਾ ਚੱਲਦਾ ਹੈ। ਜਦੋਂ ਆਪਾਂ ਇਸਲਾਮ ਧਰਮ ਦੇ ਵਿੱਚ ਇਹਨਾਂ ਦੇ ਗ੍ਰੰਥ ਪੜ੍ਹਦੇ ਹਾਂ ਤੇ ਉਹਨਾਂ ਵਿੱਚ ਦੱਸਦੇ ਕਿ ਜਿਹੜਾ ਕਬਰ ਉੱਤੇ ਕੋਰਮਾਲਾ ਚੜਾਉਣਾ ਹੈ, ਕਬਰ ਨੂੰ ਮੱਥਾ ਟੇਕਣਾ ਹੈ, ਇਹ ਇਸਲਾਮ ਧਰਮ ਦੇ ਵਿੱਚ ਹਰਾਮ ਹੈ। ਇਸਲਾਮ ਧਰਮ ਦੇ ਵਿੱਚ ਇਹਦੀ ਮਨਾਹੀ ਹੈ। ਇਸਲਾਮ ਧਰਮ ਦੇ ਜਿਹੜੇ ਕਾਜੀ ਮੁੱਲਾ ਵੱਡੇ ਵੱਡੇ, ਉਹ ਨਹੀਂ ਕਬਰ ਨੂੰ ਮੱਥਾ ਟੇਕਦੇ, ਉਹ ਨਹੀਂ ਕਿਸੇ ਤਰ੍ਹਾਂ ਜਾ ਕੇ ਕਬਰ ਦੀ ਪੂਜਾ ਕਰਦੇ। ਕਹਿੰਦੇ ਹਾਂ ਯਾਦਗਾਰ ਹੈ ਇੱਕ, ਕਹਿੰਦੇ ਬਸ ਹੋਰ ਕੀ ਹੈ। ਇਸੇ ਤਰ੍ਹਾਂ ਸੰਗਤ ਜੀ ਉਹ ਕਰਦੇ ਹੈ। ਪਰ ਫਿਰ ਵੀ ਆਪਾਂ ਦੇਖਦੇ ਹਾਂ ਜਿਹੜੇ ਸਿੱਖ ਨੇ ਉਹ ਜਾ ਕੇ ਕਬਰਾਂ 'ਤੇ ਮੱਥੇ ਟੇਕਦੇ ਹੈ, ਉੱਤੇ ਰੁਮਾਲੀ ਚੜਾਉਂਦੇ ਹੈ, ਬੜਾ ਕੁਝ ਕਰਦੇ, ਕਿਤੇ ਤੇਲਾਂ ਦੇ ਦੀਵੇ ਜਗਾਉਂਦੇ ਨੇ, ਬਹੁਤ ਪੁੱਠੇ ਪੁੱਠੇ ਕੰਮ ਜਿਹੜੇ ਉਹਨਾਂ ਦੇ ਧਰਮ ਵਿੱਚ ਮਨਾਹੀ ਹੈ ਤੇ ਗੁਰਸਿੱਖੀ ਵਿੱਚ ਤਾਂ ਹੈ ਹੀ ਨਹੀਂ। ਉਹ ਤਾਂ ਆਪਾਂ ਸੁਣ ਹੀ ਲਿਆ ਕਿ ਉਹਨੇ ਢਾਤੀ ਹੀ ਆਉਂਦਿਆਂ ਸਾਰੀ ਉਹ ਮੜੀ ਮੱਟ ਜਿਹਾ। ਇਸ ਕਰਕੇ ਆਪਾਂ ਗੁਰਮਤਿ ਨੂੰ ਧਾਰਨ ਕਰਨਾ, ਗੁਰੂ ਦੇ ਇਸ ਇਤਿਹਾਸ ਨੂੰ ਸੁਣ ਕੇ, ਤੇ ਗੁਰਸਿੱਖੀ ਦੇ ਵਿੱਚ ਗੁਰਮਤਿ ਪ੍ਰਪੱਕ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਆਪਾਂ ਪ੍ਰਾਪਤ ਕਰਨੀਆਂ ਨੇ। ਆਪਾਂ ਪ੍ਰਪੱਕ ਹੋਣਾ ਗੁਰਸਿੱਖੀ ਵਿੱਚ, ਤੇ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਕੋਸ਼ਿਸ਼ ਇਹੀ ਕਰੀਏ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਗਤ ਜੀ ਗੁਰਮਤਿ ਵਿੱਚ ਪ੍ਰਪੱਕ ਆਪਾਂ ਕਰੀਏ, ਤਾਂ ਜੋ ਜਿੰਨਾ ਸਾਡਾ ਆ ਇਤਿਹਾਸ ਹੈ, ਸਾਡਾ ਆ ਜੋ ਵੀ ਸੰਗਤ ਜੀ ਧਾਰਮਿਕ ਗ੍ਰੰਥ ਹੈ, ਇਹਨਾਂ ਨੂੰ ਕਮ ਸੇ ਕਮ ਸਾਂਭਣ ਵਾਲਾ ਤਾਂ ਕੋਈ ਹੋਵੇ। ਗੁਰਦੁਆਰਾ ਸਾਹਿਬ ਆਪਾਂ ਬਣਾਏ ਵੱਡੇ ਵੱਡੇ, ਬਹੁਤ ਸਾਰਾ ਸੰਗਤ ਜੀ ਆਪਾਂ ਇੱਦਾਂ ਸਮਾਨ, ਸਾਡਾ ਬੜਾ ਵੱਡਾ ਇਤਿਹਾਸ ਹੈ ਸਾਡਾ, ਪਰ ਕਿਹਨਾਂ ਵਾਸਤੇ ਹੈ? ਸਾਡੇ ਵਾਸਤੇ ਹੀ ਹੈ। ਪਰ ਆਪਾਂ ਨਹੀਂ ਪੜ੍ਹਦੇ, ਆਪਾਂ ਨਹੀਂ ਆਵਾਂਗੇ ਗੁਰੂ ਘਰ ਦੇ ਵਿੱਚ, ਤਾਂ ਗਾਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਤੇ ਉਹ ਫਿਰ ਕੀ ਕਰਨਗੀਆਂ? ਬਹੁਤ ਸਾਰੇ ਸਾਡੇ ਇਤਿਹਾਸ ਦੇ ਗ੍ਰੰਥ ਅਲੋਪ ਹੀ ਹੋ ਗਏ ਹੈ। ਕਿਉਂ? ਕਿਉਂਕਿ ਉਹਨੂੰ ਪੜ੍ਹਨ ਵਾਲਾ ਹੀ ਕੋਈ ਨਹੀਂ ਰਿਹਾ। ਹੁਣ ਦੇਖ ਲਓ ਸੰਗਤ ਜੀ, ਬੱਚੇ ਨਿੱਕੇ ਨਿੱਕੇ ਸਾਰੀ ਦਿਹਾੜੀ ਮੋਬਾਈਲਾਂ 'ਤੇ ਗੇਮਾਂ ਤਾਂ ਚੰਗੀਆਂ ਖੇਡ ਲੈਣਗੇ, ਪਰ ਉਹਨਾਂ ਨੂੰ ਕਹੋ ਕਿ ਸਾਡੇ ਇਤਿਹਾਸ ਦੀ ਆਹ ਸਾਖੀ ਹੈ, ਆਹ ਕੋ ਗੁਰਬਾਣੀ ਦੀ ਗੱਲ ਸੁਣ ਪੜ੍ਹ ਲਓ, ਉਸ ਸਮੇਂ ਤਾਂ ਉਹਨਾਂ ਨੂੰ ਸੰਗਤ ਜੀ ਮੰਨੋ ਜਿਵੇਂ ਪਿੱਸੂ ਹੀ ਪੈ ਜਾਂਦੇ ਨੇ। ਇੱਦਾਂ ਦੀ ਹਾਲਤ ਹੋਈ ਪਈ ਅੱਜ ਕੱਲ੍ਹ ਆਪਣੇ ਘਰਾਂ। ਫਿਰ ਸੁੱਖ ਕਿੱਥੋਂ ਭਾਲਦੇ ਆ? ਉੱਦਾਂ ਬਾਣੀ ਦੀ ਕਥਾ ਵਿੱਚ ਵੀ ਸੁਣਿਆ ਸੀ ਕਿ ਸਾਰੇ ਜਿੰਨੇ ਗਲਤ ਕਰਮ ਉਹ ਆਪਾਂ ਕਰੀ ਜਾਂਦੇ ਹਾਂ, ਅਤੇ ਫਿਰ ਸੁੱਖ ਕਿੱਥੋਂ ਭਾਲਦੇ ਵੀ ਸੁੱਖ ਵੀ ਮਿਲਣਾ। ਇਸ ਕਰਕੇ ਇਹ ਹੌਲੀ ਹੌਲੀ ਸੰਗਤ ਜੀ ਆਪਾਂ ਵੀ ਗੁਰਮਤਿ ਵਿੱਚ ਪ੍ਰਪੱਕ ਹੋਣਾ, ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਵੇਂ ਇਸ ਬੀਬੀ ਨੇ ਅਰਦਾਸ ਕਰਕੇ ਦੇਖੋ ਸਾਰੇ ਪਰਿਵਾਰ ਨੂੰ ਹੀ ਗੁਰਸਿੱਖੀ ਵਿੱਚ ਪ੍ਰਪੱਕ ਕਰ ਲਿਆ। ਇੱਦਾਂ ਆਪਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਮਿਹਰ ਕਰੋ, ਸਾਨੂੰ ਵੀ ਗੁਰਸਿੱਖੀ ਦੇ ਵਿੱਚ ਗੁਰਮਤਿ ਵਿੱਚ ਪ੍ਰਪੱਕ ਕਰ ਦਿਓ। ਬਾਕੀ ਜਿਹੜੇ ਨਸ਼ੇ ਪੱਤੇ ਸੰਗਤ ਜੀ, ਇਹਨਾਂ ਨਸ਼ਿਆਂ ਨੇ ਦੱਸੋ ਕਿਹਨੂੰ ਕੀ ਦਿੱਤਾ? ਅੱਜ ਤੱਕ ਮਿਲਿਆ ਤਾਂ ਕੁਝ ਨਹੀਂ, ਸਗੋਂ ਬਦਨਾਮੀ ਹੋਈ ਹੈ ਜ਼ਰੂਰ, ਅਤੇ ਪੈਸੇ ਦੀ ਬਰਬਾਦੀ ਹੈ। ਆਪਾਂ ਦੇਖਦੇ ਨਸ਼ਿਆਂ ਦੇ ਨਾਲ ਕਿੰਨੀਆਂ ਕਿੰਨੀਆਂ ਨੌਜਵਾਨੀਆਂ ਚਲੀਆਂ ਗਈਆਂ, ਗਰਕ ਗਈਆਂ ਨੇ। ਸੋ ਇਸ ਕਰਕੇ ਇੱਧਰੋਂ ਨਹੀਂ ਕੁਝ ਵੀ ਮਿਲਣਾ ਨਸ਼ੇ ਪੱਤੇ 'ਚੋਂ ਜਾਂ ਗਲਤ ਕਰਮਾਂ ਦੇ ਵਿੱਚੋਂ। ਜੋ ਮਿਲਣਾ ਗੁਰੂ ਦੀ ਸਿੱਖੀ ਦੇ ਵਿੱਚੋਂ ਮਿਲ ਜਾਣਾ। ਨਾਲੇ ਤਾਂ ਇੱਜ਼ਤ ਮਿਲਦੀ ਹੈ, ਨਾਲੇ ਸਤਿਕਾਰ ਮਿਲਦਾ ਹੈ, ਨਾਲੇ ਸੋਹਣੀ ਜ਼ਿੰਦਗੀ ਮਿਲਦੀ, ਲੋਕ ਪਰਲੋਕ ਦੇ ਵਿੱਚ ਗੁਰੂ ਸਹਾਇਤਾ ਕਰਦੇ ਹੈ। ਇਸ ਕਰਕੇ ਗੁਰਸਿੱਖੀ ਦਾ ਨਾਲ ਪਿਆਰ ਪਾਈਏ ਆਪਾਂ ਵੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇੱਥੇ ਹੁਣ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ। ਇਸ ਪ੍ਰਕਾਰ ਕੁਛ ਸਮਾਂ ਬਿਤਾਇਓ, ਸਤਿਗੁਰ ਕੋ ਸਿਮਰਨ ਉਰ ਭਾਇਓ। ਗੁਰੂ ਧਿਆਨ ਕਰ ਤ੍ਰਿਯ ਸੋ ਮਿਲਾ, ਗਰਭ ਧਰਨ ਕੀਨਸ ਤਪ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ।
ਪਾਏ। ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।